ਇੰਡੀਆ ਦੇ ਵਿੱਚ ਜਿਹੜਾ ਪਹਿਲਾ ਪੋਸਟ ਕਾਰਡ ਚੱਲਿਆ ਸੀਗਾ ਉਹ ਅੱਜ ਤੋਂ 142 ਸਾਲ ਪਹਿਲਾਂ ਚੱਲਿਆ ਸੀ। ਯਾਨੀ ਕਿ 1879 ਦੇ ਵਿੱਚ ਇੰਡੀਆ ਦੇ ਵਿੱਚ ਪਹਿਲਾ ਪੋਸਟ ਕਾਰਡ ਆਇਆ ਸੀਗਾ। 142 ਸਾਲ ਪਹਿਲਾਂ ਦਾ ਕਾਰਡ ਹੈਗੇ ਤੇ ਉਦੋਂ ਪਹਿਲਾਂ ਫਿਰ ਚਿੱਠੀ ਪੱਤਰ ਕੀ ਸੀ? ਇੰਡੀਆ ਔਰ ਪਾਕਿਸਤਾਨ ਅਲੱਗ-ਅਲੱਗ ਬਣ ਗਏ। ਇੰਡੀਆ ਆਜ਼ਾਦ ਹੋ ਗਿਆ ਤਾਂ 3 ਸਾਲ ਅੰਗਰੇਜ਼ਾਂ ਦੇ ਪੋਸਟ ਕਾਰਡ ਚੱਲਦੇ ਰਹੇ ਆਪਣੇ ਉਰੇ ਆਜ਼ਾਦ ਭਾਰਤ 'ਚ। ਆਜ਼ਾਦ ਭਾਰਤ ਦੇ ਵਿੱਚ ਅੱਛਾ 3 ਸਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਾ ਤੁਹਾਨੂੰ 142 ਸਾਲ ਪੁਰਾਣਾ ਇਤਿਹਾਸ ਵਿਖਾਉਣਾ। ਆਪਣੇ ਕੋਲੇ ਪੋਸਟ ਕਾਰਡ ਨੇ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਦੇ ਰਿਆਸਤਾਂ ਦੇ ਭਾਰਤ ਦੀਆਂ ਜਿਹੜੀਆਂ ਰਿਆਸਤਾਂ ਰਹੀਆਂ ਨੇ ਉਹਨਾਂ ਦਾ ਇਤਿਹਾਸ ਆਪਣੇ ਕੋਲੇ ਬਹੁਤ ਔਖਾ ਇਕੱਠਾ ਕੀਤਾ ਵਾ ਸ਼ੇਖ ਇਫਤਿਕਾਰ ਹੁਸੈਨ ਸਾਹਿਬ ਨੇ। ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਸਾਰੀਆਂ ਪੋਸਟ ਕਾਰਡ ਬਹੁਤ ਸਾਰੇ ਨੇ, ਇੱਕ ਨਹੀਂ ਤਾਂ ਅੱਜ ਬਹੁਤ ਸਾਰਾ ਖਜ਼ਾਨਾ ਰੇਅਰ ਜਿਹੜਾ ਕਿ ਮੈਂ ਕਹਿੰਦਾ ਇਤਿਹਾਸ ਦੇ ਵਿੱਚੋਂ ਲੋਪ ਹੋਇਆ ਪਿਆ ਸੀ, ਉਹ ਖਜ਼ਾਨਾ ਤੁਹਾਡੇ ਰੂਬਰੂ ਕਰਾਂਗੇ। ਸਰ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਰ। ਆਹ ਪਹਿਲਾਂ ਤਾਂ ਬੜੀ ਤੁਸੀਂ ਮਿਹਨਤ ਨਾਲ ਇੰਨਾ ਡਾਟਾ ਇਕੱਠਾ ਕੀਤਾ, ਮੈਂ ਕਹਿੰਦਾ ਕਿ ਜਿਹਨੂੰ ਹੱਥ ਹੀ ਨਹੀਂ ਕੋਈ ਪਾਉਂਦਾ ਛੇਤੀ ਕਿਤੇ। ਸਰ ਇਹ ਮੇਰਾ ਸ਼ੌਕ ਸੀਗਾ ਜੀ, ਤੇ ਸ਼ੌਕ ਹੁਣ ਜਦ ਇਕੱਠਾ ਹੋ ਗਿਆ ਤਾਂ ਮੈਂ ਕਿਹਾ ਵੀ ਪਬਲਿਕ ਦੇ ਵੀ ਰੂਬਰੂ ਕੀਤਾ ਜਾਵੇ ਤੁਹਾਡੇ ਜ਼ਰੀਏ ਨਾਲ ਜੀ। ਤੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਹ ਮਿਹਨਤ ਕਰ ਰਹੇ ਹੋ, ਮੇਰੀ ਮਿਹਨਤ ਨੂੰ ਪਬਲਿਕ ਤੱਕ ਪਹੁੰਚਾ ਰਹੇ ਹੋ। ਜੀ ਮਿਹਰਬਾਨੀ ਸਰ। ਤੇ ਇਹ ਮੈਂ ਦੱਸਣਾ ਇਹ ਚਾਹੁੰਦਾ ਕਿ ਇੰਡੀਆ ਦੇ ਵਿੱਚ ਜਿਹੜਾ ਪਹਿਲਾ ਪੋਸਟ ਕਾਰਡ ਚੱਲਿਆ ਸੀਗਾ ਉਹ ਅੱਜ ਤੋਂ 142 ਸਾਲ ਪਹਿਲਾਂ ਚੱਲਿਆ ਸੀ। ਯਾਨੀ ਕਿ 1879 ਦੇ ਵਿੱਚ ਇੰਡੀਆ ਦੇ ਵਿੱਚ ਪਹਿਲਾ ਪੋਸਟ ਕਾਰਡ ਆਇਆ ਸੀਗਾ। ਜਿਹੜੇ ਆਪਣੇ ਹੱਥ 'ਚ ਇਹ ਉਸ ਵੇਲੇ ਦੇ ਨੇ? ਇਹ ਉਸ ਵੇਲੇ ਦੇ ਨੇ ਜੀ। ਫਸਟ ਉਸ ਵੇਲੇ ਦਾ ਪਹਿਲਾ ਪੋਸਟ ਕਾਰਡ ਜਿਹੜਾ ਚੱਲਿਆ ਸੀਗਾ ਇਹ ਚੱਲਿਆ ਸੀਗਾ। ਅੱਛਾ, ਪਹਿਲਾ ਪੋਸਟ ਕਾਰਡ ਦਰਸ਼ਕੋ ਇਹ ਸੀ, ਤੁਹਾਡੀ ਸਕਰੀਨ ਤੇ ਹੋਊਗਾ, ਤੁਸੀਂ ਦੇਖ ਸਕਦੇ ਹੋ। ਤੇ ਲਿਪੀ ਮੈਨੂੰ ਸਮਝ ਨਹੀਂ ਆ ਰਹੀ ਕਿਹੜੀ ਹੈ ਇਹ ਐਕਚੁਅਲੀ ਵਪਾਰੀ ਵਰਗ ਦੀ ਲਿਪੀ ਹੈ, ਜਿਹਨੂੰ ਲੰਡੇ ਕਿਹਾ ਜਾਂਦਾ ਹੈ। ਲੁੰਡੇ ਵੀ ਕਹਿ ਦਿੰਦੇ ਨੇ, ਲੰਡੇ ਵੀ ਕਹਿ ਦਿੰਦੇ ਨੇ। ਵਪਾਰੀ ਵਰਗ ਦੀ ਬੋਲੀ ਹੈ, ਉਹੀ ਲਿਖਦੇ ਪੜ੍ਹਦੇ ਸੀਗੇ, ਉਹਨਾਂ ਦੀ ਕੰਮ ਦੀ ਸੀਗੀ ਇਹ। ਭਾਵੇਂ ਕਹੋ ਕਈ ਜਣ ਜਦੋਂ ਸਮਝ ਨਹੀਂ ਆਉਣੀ ਆਪਣੇ ਵਰਗਿਆਂ ਨੂੰ, ਕਿਸੇ ਦੇ ਸਮਝ ਨਹੀਂ ਆਉਣੀ ਇਹ ਜੀ। ਜਿਹੜਾ ਵਪਾਰੀ ਹੈ ਜਾਂ ਮਨੀਮੀ, ਉਸ ਟਾਈਮ ਮਨੀਮ ਸੀਗੇ ਜਿਹੜੇ ਜੀ, ਤੇ ਉਹੀ ਸਮਝਦੇ ਸੀਗੇ, ਹੋਰ ਨਹੀਂ ਕੋਈ ਸਮਝਦਾ ਸੀ। ਇੱਕ ਗੱਲ ਹੋਰ ਦੱਸੋ, 142 ਸਾਲ ਪਹਿਲਾਂ ਦਾ ਕਾਰਡ ਹੈਗੇ ਤੇ ਉਦੋਂ ਪਹਿਲਾਂ ਫਿਰ ਚਿੱਠੀ ਪੱਤਰ ਕੀ ਸੀ? ਹਾਂ, ਵਧੀਆ ਸਵਾਲ ਕਰਿਆ ਜੀ ਤੁਹਾਨੇ। 142 ਸਾਲ ਤੋਂ ਪਹਿਲਾਂ ਯਾਨੀ ਕਿ 1879 ਤੋਂ ਪਹਿਲਾਂ ਚਿੱਠੀ ਪੱਤਰ ਕਰਦੇ ਸੀ। ਉਸ ਟਾਈਮ ਇਨਵੈਲਪ ਚੱਲਦੇ ਸੀਗੇ, ਜਿਹਨੂੰ ਆਪਾਂ ਬੰਦ ਲਿਫਾਫਾ ਕਹਿ ਦਿੰਦੇ ਹਾਂ। ਬੰਦ ਲਿਫਾਫੇ ਦੇ ਵਿੱਚ ਚਿੱਠੀ ਲਿਖੀ ਜਾਂਦੀ ਸੀਗੀ ਤੇ ਉਹ ਪਾਈ ਜਾਂਦੀ ਸੀ। ਅੱਛਾ ਜੀ। ਤਾਂ ਜਿਹੜਾ ਦੁਨੀਆ ਦਾ ਸਭ ਤੋਂ ਪਹਿਲਾ ਪੋਸਟ ਕਾਰਡ ਚੱਲਿਆ ਉਹ 1869 ਦੇ ਵਿੱਚ ਆਸਟ੍ਰੇਲੀਆ 'ਚ ਚੱਲਿਆ। 1869 'ਚ ਸਭ ਤੋਂ ਪਹਿਲਾ ਪੋਸਟ ਕਾਰਡ ਵਰਲਡ ਦਾ ਜੇ ਕਹਿ ਦਈਏ। ਤਾਂ ਉਸ ਤੋਂ 10 ਸਾਲ ਬਾਅਦ 1879 'ਚ ਸਾਡੇ ਇੰਡੀਆ 'ਚ ਪਹਿਲਾ ਪੋਸਟ ਕਾਰਡ ਚੱਲਿਆ। ਮਤਲਬ ਇਹਦਾ ਮਤਲਬ ਆਪਾਂ ਦੂਜਾ ਦੇਸ਼ ਸੀਗੇ ਉਸ ਵਕਤ? ਜੀ, ਦੂਜਾ ਦੇਸ਼ ਸੀਗੇ ਉਸ ਟਾਈਮ ਜਦੋਂ ਪੋਸਟ ਕਾਰਡ ਇੰਡੀਆ ਦੇ ਵਿੱਚ ਚੱਲਿਆ। ਇਸ ਤੋਂ ਪਹਿਲਾਂ ਆਸਟ੍ਰੇਲੀਆ 'ਚ ਚੱਲ ਗਿਆ ਸੀ ਜੀ। 10 ਸਾਲ ਬਾਅਦ ਫਿਰ ਇੰਡੀਆ 'ਚ ਚੱਲਿਆ। ਇਹ ਦੋਨੇ ਦੇਸ਼ ਅੰਗਰੇਜ਼ਾਂ ਦੇ ਅਧੀਨ ਹੀ ਸੀ? ਅੰਗਰੇਜ਼ਾਂ ਦੇ ਅਧੀਨ ਸੀਗੇ। ਵਿਕਟੋਰੀਆ ਕੁਈਨ ਦਾ ਉਸ ਟਾਈਮ ਜ਼ਮਾਨਾ ਸੀਗਾ, ਜਿਹਨੂੰ ਮਲਕਾ ਵਿਕਟੋਰੀਆ ਕਿਹਾ ਜਾਂਦਾ। ਤੇ ਮਲਕਾ ਵਿਕਟੋਰੀਆ ਦੇ ਟਾਈਮ ਦੇ ਵਿੱਚ ਹੀ ਉਹਦੀ ਉੱਪਰ ਫੋਟੋ ਲੱਗੀ ਹੋਈ ਹੈ। ਪਹਿਲਾ ਪੋਸਟ ਕਾਰਡ ਜਿਹੜਾ ਆਇਆ ਮਲਕਾ ਵਿਕਟੋਰੀਆ ਦੇ ਦੌਰ 'ਚ ਆਇਆ। ਅੱਛਾ, ਉਹਨਾਂ ਦੀਆਂ ਸਟੈਂਪਾਂ ਲੱਗੀਆਂ ਹੋਈਆਂ ਨੇ? ਸਟੈਂਪਾਂ ਲੱਗੀਆਂ ਹੋਈਆਂ ਨੇ ਫੋਟੋ ਤੇ। ਮੈਂ ਕੋਸ਼ਿਸ਼ ਇਹ ਕੀਤੀ ਹੈ ਕਿ ਈਅਰ ਵਾਈਜ਼ ਹਰ ਈਅਰ ਦਾ ਪੋਸਟ ਕਾਰਡ ਤੁਸੀਂ ਇਹਦੇ ਮੋਹਰਾਂ ਪੜ੍ਹ ਸਕਦੇ ਹੋ। ਜਿਹੜੀ ਸਟੈਂਪ ਲੱਗੀ ਹੋਈ ਹੈ ਦੇਖੋ। ਹਾਂਜੀ, 85, 1885, 1886, 1887, ਇਹ ਮੈਨੇ ਈਅਰ ਵਾਈਜ਼ ਇਕੱਠੇ ਕੀਤੇ ਨੇ। ਇਹ ਤਾਂ ਕੰਮ ਹੀ ਬਹੁਤ ਔਖਾ ਸੀ ਜੀ, ਮੈਂ ਕਹਿੰਦਾ ਸੂਰਮੇ ਵਾਲਾ ਕੰਮ ਕਰ ਬੈਠੇ ਤੁਸੀਂ। ਇਸ ਕਰਕੇ ਫਿਰ ਇੱਕ ਹੋਰ ਦੱਸਦਾ ਤੁਹਾਨੂੰ। ਹਾਂ, ਵਿਕਟੋਰੀਆ ਕੁਈਨ ਦਾ ਜਿਹੜਾ ਦੌਰ ਰਿਹਾ 1901 'ਚ ਉਹਦੀ ਡੈਥ ਹੋ ਗਈ ਸੀਗੀ। 1879 'ਚ ਚੱਲਿਆ ਪੋਸਟ ਕਾਰਡ, 1901 'ਚ ਡੈਥ ਹੋ ਗਈ। ਮੈਂ 1903 ਲਿਖਿਆ। ਹਾਂਜੀ, ਡੈਥ ਤਾਂ ਉਹਦੀ ਇੱਕ 'ਚ ਹੋ ਗਈ। ਹਾਂ, ਉਹ 3 ਮੈਂ ਇਸ ਕਰਕੇ ਲਿਖਿਆ ਕਿ ਉਹਦੇ ਪੋਸਟ ਕਾਰਡ ਨੇ ਜਿਹੜੇ ਉਹ 1903 ਤੱਕ ਚੱਲਦੇ ਰਹੇ। ਕਿ 1 'ਚ ਡੈਥ ਹੋ ਗਈ, ਉਸ ਤੋਂ ਬਾਅਦ ਆ ਗਿਆ ਐਡਵਰਡ 7 ਜੀ। ਐਡਵਰਡ 7 ਦੇ ਜਿਹੜੇ ਪੋਸਟ ਕਾਰਡ ਪਹਿਲਾਂ ਆਇਆ ਉਹ 1903 'ਚ ਆਇਆ। ਇਸ ਕਰਕੇ ਉਹ ਜਿਹੜੇ 2-3 ਸਾਲ ਥੇ ਉਹ ਵਿਕਟੋਰੀਆ ਦੇ ਹੀ ਚੱਲਦੇ ਰਹੇ। ਮੈਨੇ 1903 ਤੱਕ ਦੇ ਲਾਏ ਨੇ ਜੀ, ਜਦੋਂ ਤੱਕ ਵਿਕਟੋਰੀਆ ਦੇ ਚੱਲੇ। ਇਹਦੇ 'ਚ ਇੱਕ ਹੋਰ ਦੇਖਣ ਵਾਲੀ ਗੱਲ ਹੈ ਜੀ। ਵਿਕਟੋਰੀਆ ਕੁਈਨ ਦੇ ਪੋਸਟ ਕਾਰਡ ਦੇ ਵਿੱਚ ਕਲਰ ਚੇਂਜ ਹੁੰਦਾ। ਪਹਿਲਾ ਪੋਸਟ ਕਾਰਡ ਜਿਹੜਾ ਉਹ ਜਿਹੜੀ ਪ੍ਰਿੰਟਿੰਗ ਹੈ ਇਸ ਕਲਰ ਦੀ ਹੈ, ਅੱਗੇ ਜਾ ਕੇ ਕਲਰ ਚੇਂਜ ਹੋ ਗਿਆ, ਪੂਰਾ ਜਿਹਾ ਹੋ ਗਿਆ। ਹਾਂ, ਇੱਥੇ ਪੂਰਾ ਹੋ ਗਿਆ ਤੇ ਉੱਤੇ ਹੋਰ ਸੀਗਾ। ਹਾਂਜੀ, ਇਸ ਕਰਕੇ ਮੈਨੇ ਵੀ ਕੋਈ ਇਹ ਕੱਲ ਨੂੰ ਚੈਲੰਜ ਨਾ ਕਰ ਦੇਵੇ, ਮੈਨੇ ਉਹ ਕਲਰ ਵਾਈਜ਼ ਵੀ ਕਲੈਕਸ਼ਨ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਆ ਗਿਆ ਇਹਦੀ ਕੀਮਤ ਜੀ। ਪਹਿਲਾ ਪੋਸਟ ਕਾਰਡ ਜਦੋਂ 1879 'ਚ ਚੱਲਿਆ ਸੀਗਾ ਉਹਦੀ 1 ਕੁਆਟਰ ਆਨਾ ਯਾਨੀ ਕਿ 1 ਪੈਸਾ ਜੀ। 1 ਪੈਸਾ ਕੀਮਤ ਸੀਗੀ। ਇਹਦੇ ਉੱਪਰ ਤੁਸੀਂ ਪੜ੍ਹ ਸਕਦੇ ਹੋ 1 ਕੁਆਟਰ ਆਨਾ ਲਿਖਿਆ ਹੋਇਆ। ਹਾਂਜੀ, ਕੁਆਟਰ ਆਨਾ ਲਿਖਿਆ ਹੋਇਆ। ਕੁਆਟਰ ਆਨਾ ਲਿਖਿਆ, ਬਿਲਕੁਲ ਆ ਲਿਖਿਆ ਹੋਇਆ ਕੁਆਟਰ ਆਨਾ।
ਇਸ ਤੋਂ ਬਾਅਦ ਜਿਉਂ-ਜਿਉਂ ਕੀਮਤ ਵੱਧਦੀ ਗਈ ਉਸ ਹਿਸਾਬ ਨਾਲ ਮੈਨੇ ਪੋਸਟ ਕਾਰਡ ਇਕੱਠੇ ਕੀਤੇ ਹੋਏ ਨੇ। ਇਹ 1 ਪੈਸੇ ਤੋਂ 2 ਪੈਸੇ ਹੋਏ, 3 ਪੈਸੇ ਹੋਏ, 4 ਪੈਸੇ। ਉਦੋਂ ਆਨਾ 4 ਪੈਸੇ ਦਾ ਸੀਗਾ, ਅੱਜ ਕੱਲ੍ਹ 6 ਪੈਸੇ ਦਾ ਆਨਾ। ਉਦੋਂ 4 ਪੈਸੇ ਦਾ 64 ਪੈਸੇ ਦਾ ਰੁਪਈਆ ਹੁੰਦਾ ਸੀਗਾ। 16 ਆਨਿਆਂ ਦਾ 16 ਚੌਕਾ 64। ਹਾਂ, ਇਹ ਵੀ ਅੱਜ ਦੀ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ, ਮੈਨੂੰ ਤਾਂ ਆਪ ਨਹੀਂ ਪਤਾ ਇਹ। ਇਸ ਕਰਕੇ ਤੁਹਾਨੂੰ ਦੱਸ ਰਿਹਾ, ਉਦੋਂ 64 ਪੈਸਿਆਂ ਦਾ ਰੁਪਈਆ ਹੁੰਦਾ ਸੀ, ਚਾਂਦੀ ਦਾ ਰੁਪਈਆ ਹੁੰਦਾ ਸੀਗਾ। ਹਾਂ, ਤੇ 100 ਦਾ ਕਦੋਂ ਚੱਲਿਆ ਸਿਸਟਮ? ਫਿਰ 100 ਦਾ ਸਿਸਟਮ ਇੰਡੀਆ ਦੀ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਚੱਲਿਆ। ਉਹ ਵੀ ਦੱਸਾਂਗਾ ਤੁਹਾਨੂੰ ਅੱਗੇ ਜਾ ਕੇ। ਠੀਕ ਆ। ਉਹਨੂੰ ਡੈਸੀਮਲ ਕੋਆਇਨੇਜ ਸਿਸਟਮ ਕਿਹਾ ਜਾਂਦਾ ਜੀ। ਉਹ ਡੈਸੀਮਲ ਸਿਸਟਮ ਜਿਹੜਾ ਹੈ ਉਹ ਆਜ਼ਾਦੀ ਤੋਂ ਬਾਅਦ ਚੱਲਿਆ ਹੈ। ਆਜ਼ਾਦੀ ਤੋਂ ਪਹਿਲਾਂ ਜਿਹੜਾ ਸੀਗਾ ਉਹ ਆਨੇ ਚੱਲਦੇ ਰਹੇ ਨੇ। ਗੱਲ 16 ਆਨੇ ਸੱਚ ਹੈ ਨਾ? ਗੱਲ 16 ਆਨੇ ਸੱਚ। 16 ਚੌਕਾ 64, 4 ਪੈਸਿਆਂ ਦਾ ਆਨਾ ਹੁੰਦਾ ਸੀਗਾ, 64 ਪੈਸਿਆਂ ਦਾ ਰੁਪਈਆ ਹੁੰਦਾ ਸੀਗਾ। ਤੇ 1 ਕੁਆਟਰ ਆਨਾ ਇਸ ਕਰਕੇ ਲਿਖਿਆ ਕਿ 1 ਆਨੇ ਦਾ ਚੌਥਾ ਭਾਗ। ਹਾਂ, 4 ਪੈਸਿਆਂ ਦਾ ਆਨਾ 1 ਪੈਸੇ ਦਾ, 1 ਪੈਸੇ ਦਾ, ਇਸ ਕਰਕੇ ਕੁਆਟਰ ਆਨਾ ਲਿਖਿਆ ਇਹਦੇ ਤੇ। ਕਮਾਲ ਹੈ ਜੀ ਗੱਲ। ਤੇ ਇੱਕ ਮੈਨੂੰ ਹੋਰ ਗੱਲ ਦੱਸੋ, ਇਹਦਾ ਹੁਣ ਪੋਸਟ ਕਾਰਡ ਜਿਹੜਾ ਤਾਂ ਸਿੱਧੇ ਹੀ ਐਂ ਪਾ ਦੇਣਾ ਸੀ ਡਾਕਖਾਨੇ 'ਚ, ਇਹ ਤਾਂ ਪ੍ਰਾਈਵੇਸੀ ਤਾਂ ਰਹਿੰਦੀ ਨਹੀਂ ਸੀ ਕੋਈ? ਫਿਰ ਆਮ ਪਬਲਿਕ ਦੇ ਤਾਂ ਪੜ੍ਹਨ ਹੀ ਨਹੀਂ ਹੈ ਇਹਦੇ ਤੇ। ਬੋਲੀ ਭਾਸ਼ਾ ਉਹ ਲਿਖੀ ਹੋਈ ਹੈ ਜਿਹੜਾ ਆਮ ਕੋਈ ਪੜ੍ਹ ਨਹੀਂ ਸਕਦਾ। ਨਾਲੇ ਇੱਕ ਹੋਰ ਤੁਹਾਨੂੰ ਦੱਸ ਦੇਵਾਂ, ਪੋਸਟ ਕਾਰਡ ਚਲਾਉਣ ਦੀ ਉਸ ਟਾਈਮ ਵਪਾਰੀ ਵਰਗ ਦੀ ਡਿਮਾਂਡ ਸੀਗੀ। ਕਿਉਂਕਿ ਜਿਹੜੇ ਵਪਾਰੀ ਸੀਗੇ ਇਹਨਾਂ ਨੇ ਆਪਣੀਆਂ ਪਾਰਟੀਆਂ ਕੋਲੇ ਜਾਣਾ ਹੈ, ਕਿਸੇ ਪਾਰਟੀ ਨੂੰ ਮਾਲ ਬਾਰੇ ਦੱਸਣਾ ਹੈ, ਕਿਸੇ ਨੂੰ ਰੇਟ ਲਿਖਣਾ ਹੈ, ਕਿਸੇ ਕੋਲੋਂ ਪੈਸਿਆਂ ਦਾ ਤਕਾਜ਼ਾ ਕਰਨਾ ਹੈ, ਉਧਾਰ ਮਾਲ ਜਾਂਦਾ ਕਿ ਭਾਈ ਪੈਸੇ ਭੇਜ। ਉਹਨਾਂ ਨੇ 4 ਅੱਖਰ ਲਿਖਣੇ ਹੁੰਦੇ ਸੀਗੇ, ਪਾ ਦੇਣਾ ਸੀ। ਉਹ ਕਦੋਂ ਲਿਫਾਫਾ ਤਿਆਰ ਕਰਨ, ਲਿਫਾਫੇ ਦੇ ਐਡਰੈਸ ਲਿਖਣ, ਉਦੋਂ ਬਾਅਦ ਫਿਰ ਉਹ ਪਰਚਾ ਤਿਆਰ ਕਰਕੇ ਉਹਦੇ ਵਿੱਚ ਪਾਉਣ, ਉਹਨਾਂ ਨੂੰ ਇਹ ਝੰਜਟ ਲੱਗਦਾ ਸੀ। ਭੂਮਿਕਾਵਾਂ ਨਹੀਂ ਸੀ ਬੰਨ੍ਹਦੇ ਉਹ। ਹਾਂ, ਉਹ ਤਾਂ ਸਿੱਧੇ 4 ਅੱਖਰ ਲਿਖੇ, ਪੋਸਟ ਕਾਰਡ ਘੱਲਤਾ। ਹਾਂ, ਇਸ ਕਰਕੇ ਵਪਾਰੀ ਵਰਗ ਦੀ ਮੁੱਖ ਮੰਗ ਨੂੰ ਦੇਖਦੇ ਹੋਏ ਪੋਸਟ ਕਾਰਡ ਚਲਾਇਆ ਗਿਆ ਸੀਗਾ ਜੀ। ਇੱਕ ਹੋਰ ਤੁਹਾਨੂੰ ਦੱਸਦਾ ਕਿ ਇਸ ਪੋਸਟ ਕਾਰਡ ਦਾ ਸਾਈਜ਼ ਦੇਖੋ ਤੁਸੀਂ ਜੀ, ਛੋਟਾ ਹੈ। ਹਾਂ ਬਿਲਕੁਲ। ਅੱਜ ਜਿਹੜਾ ਪੋਸਟ ਕਾਰਡ ਹੈ ਉਹ ਵੱਡਾ ਹੈ। ਕੀ ਕਾਰਨ ਇਹਦੇ ਮਗਰ? ਇਹਦਾ ਕਾਰਨ ਵੀ ਦੱਸਾਂਗਾ। ਇਹ ਵੀ ਵਪਾਰੀਆਂ ਦੀ ਮੰਗ ਤੇ ਇਹਦੇ ਤੇ ਮਤਲਬ ਘੱਟ ਲਿਖਿਆ ਜਾਂਦਾ ਸੀਗਾ, ਫਿਰ ਵਪਾਰੀਆਂ ਨੇ ਆਪਣੇ ਛਪਾਉਣੇ ਸ਼ੁਰੂ ਕਰਤੇ। ਇਹ ਸਾਈਜ਼ ਕਦੋਂ ਵੱਡਾ ਹੋਇਆ, ਕੀਮਤ ਕਦੋਂ ਵਧੀ ਇਹਦੀ, ਤੇ ਫੋਟੋ ਕਦੋਂ ਚੇਂਜ ਹੋਈ, ਉਹ ਮੈਂ ਸਾਰਾ ਤੁਹਾਨੂੰ ਅੱਗੇ ਨਾਲ ਨਾਲ ਦੱਸਦਾ ਜਾਵਾਂ ਜੀ। ਹਜੇ ਤਾਂ ਬਹੁਤ ਕੁਝ ਪਿਆ ਖਜ਼ਾਨਾ, ਇਹ ਤਾਂ ਸ਼ੁਰੂਆਤ ਹੋਈ ਆਪਣੀ ਜੀ। ਇਹ ਸੀ ਸਭ ਤੋਂ ਪਹਿਲਾਂ, ਹੈ ਨਾ? ਸਭ ਤੋਂ ਪਹਿਲਾਂ ਜੀ ਵਿਕਟੋਰੀਆ ਕੁਈਨ ਦੇ ਜ਼ਮਾਨੇ ਦੇ ਪੋਸਟ ਕਾਰਡ ਨੇ ਜੀ। ਅਗਲਾ ਆਪਾਂ ਚੱਕ ਲਈਏ, ਅਗਲਾ ਆ ਗਿਆ ਜੀ ਐਡਵਰਡ 7। ਐਡਵਰਡ 7 ਆਹ ਜੀ ਆ ਗਿਆ। ਹਾਂਜੀ, ਆ ਐਡਵਰਡ 7 ਦਾ ਆ ਗਿਆ, ਹੈ ਨਾ? ਇਹ 19 ਕਾਲੇ ਦਾ ਲਿਖਿਆ ਤੁਸੀਂ 1901 ਤੋਂ 1910 ਤੱਕ। 1910 ਚ ਇਹਨਾਂ ਦੀ ਡੈਥ ਹੋ ਗਈ ਸੀਗੀ। 1901 ਚ ਇਹਨਾਂ ਦਾ ਰਾਜ ਚੱਲਿਆ ਸੀਗਾ, ਮਗਰ ਇਹਨਾਂ ਦਾ ਪੋਸਟ ਕਾਰਡ ਜਿਹੜਾ ਆਇਆ ਉਹ 1903 ਚ ਆਇਆ ਪਹਿਲਾਂ ਜੀ। 1903 ਤੋਂ ਲੈ ਕੇ 1910 ਤੱਕ ਇਹਨਾਂ ਦਾ ਕਾਲ ਰਿਹਾ, ਮਗਰ ਇਹਨਾਂ ਦੇ ਪੋਸਟ ਕਾਰਡ ਜਿਹੜੇ ਸੀਗੇ 1913-14 ਤੱਕ ਚੱਲਦੇ ਰਹੇ ਸੀਗੇ। ਕਿਉਂਕਿ ਜਿਹੜੇ ਪ੍ਰਿੰਟ ਹੋ ਗਏ ਉਹ ਤਾਂ ਹੁਣ ਪਬਲਿਕ 'ਚ ਆਣੇ ਹੀ ਨੇ, ਆਣੇ ਹੀ ਆ ਤਾਂ। ਇਸ ਕਰਕੇ ਮੈਨੇ 13-14 ਤੱਕ ਹੀ ਇਹਨਾਂ ਦੇ ਲਾਏ ਨੇ, ਜਿਹੜੇ ਮਿਲੇ ਮੈਨੂੰ ਉਹ ਮੈਨੇ ਲਾਏ ਨੇ। ਇਹ ਨਹੀਂ 1910 ਚ ਖਤਮ ਨਹੀਂ ਕਰਤਾ। ਹਾਂ, ਉਸ ਤੋਂ ਬਾਅਦ 11, 12, 13, 14 ਦੇ ਜਿਹੜੇ ਵੀ ਮੈਨੂੰ ਮਿਲੇ ਮੈਂ ਉਹ ਪੋਸਟ ਕਾਰਡ ਉੱਥੇ ਤੱਕ ਲਾਉਂਦਾ ਗਿਆ ਇਹਦੇ 'ਚ। ਇਹ ਇਕੱਠੇ ਕਿੱਥੋਂ ਕੀਤੇ? ਇਹ ਤਾਂ ਜੀ ਇਹ ਨਾ ਪੁੱਛੋ, ਮੇਰੀ ਦੁੱਖ ਦੀ ਰਾਹ ਹੈ। ਅੱਛਾ, ਇਹ ਕਿੱਥੋਂ ਮੈਨੇ ਇਕੱਠੇ ਕੀਤੇ ਨੇ, ਕਿੱਦਾਂ ਇਕੱਠੇ ਕੀਤੇ ਨੇ, ਬਹੁਤ ਮੁਸ਼ਕਿਲ ਇਕੱਠੇ ਕੀਤੇ ਨੇ। ਠੀਕ ਆ। 142 ਸਾਲਾਂ ਦਾ ਇਤਿਹਾਸ ਸੰਜੋਣ ਵਾਸਤੇ ਮੈਨੂੰ ਕਿੰਨਾ ਕੁ ਟਾਈਮ ਲੱਗਿਆ, ਕਿੰਨੇ ਕੁ ਪੈਸੇ ਖਰਚ ਹੋਏ ਨੇ, ਕਿਹੜੇ ਕਵਾੜੀਆਂ ਕੋਲੇ ਘੁੰਮਿਆ ਮੈਂ, ਕਿੰਨਾ ਘਰਾਂ ਦੇ ਚੱਕਰ ਲਾਏ ਨੇ, ਕਿਹੜੇ ਵਪਾਰੀਆਂ ਦੇ ਘਰਾਂ ਚੋਂ ਜਾ ਕੇ ਲੈ ਕੇ ਆਇਆ, ਇਹ ਮੈਂ ਹੀ ਜਾਣਦਾ। ਮੇਰੀ ਬਹੁਤ ਮਿਹਨਤ, ਲੰਮੀ ਚੌੜੀ ਕਹਾਣੀ ਹੈ, ਬਹੁਤ ਲੰਮੀ ਚੌੜੀ ਕਹਾਣੀ ਹੈ ਜੀ। ਔਰ ਇਹ ਮਤਲਬ ਇਹ ਹਜੇ ਅੰਗਰੇਜ਼ਾਂ ਤੋਂ ਸ਼ੁਰੂ ਹੋਇਆ ਜੀ। ਤੁਹਾਨੂੰ ਮੈਂ ਜਿਹੜੇ ਰਾਜੇ ਮਹਾਰਾਜਾਂ ਦੇ, ਨਵਾਬਾਂ ਦੇ, ਜਿਹੜੇ ਰਿਆਸਤਾਂ ਦੇ ਪੋਸਟ ਕਾਰਡ ਚੱਲੇ ਨੇ ਉਹ ਵੀ ਦਿਖਾਵਾਂਗਾ ਜੀ, ਕਿਹੜੇ ਚੱਲੇ ਨੇ ਜੀ। ਐਡਵਰਡ 7 ਤੋਂ ਬਾਅਦ ਜਿਹੜਾ ਦੌਰ ਆਇਆ 1910 'ਚ ਦੀ ਡੈਥ ਹੋ ਗਈ। 1911 ਦੇ ਵਿੱਚ ਫਿਰ ਜਾਰਜ 5 ਦਾ ਜ਼ਮਾਨਾ ਆ ਗਿਆ। ਫਿਰ ਜਾਰਜ 5 ਦੇ ਜ਼ਮਾਨੇ ਦੇ ਵਿੱਚ ਪੋਸਟ ਕਾਰਡ ਬਹੁਤ ਤਰ੍ਹਾਂ ਦੇ ਆਏ। ਉਹਦੀਆਂ ਫੋਟੋਆਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ, ਡਿਜ਼ਾਈਨ ਵੀ ਅਲੱਗ-ਅਲੱਗ ਤਰ੍ਹਾਂ ਦੇ। ਇੱਥੇ ਇੱਕ ਖਾਸ ਗੱਲ ਦੱਸਣਯੋਗ ਇਹ ਹੈ ਕਿ ਜਦੋਂ ਐਡਵਰਡ 7 ਦਾ ਦੌਰ ਆਇਆ 1901 ਚ, ਉਦੋਂ ਸ਼ੁਰੂਆਤੀ ਦੌਰ ਦੇ ਜਿਹੜੇ ਇਹਦੇ ਪੋਸਟ ਕਾਰਡ ਆਏ ਉਹ ਉਹੀ ਮਲਕਾ ਵਿਕਟੋਰੀਆ ਵਾਲੇ ਸਾਈਜ਼ ਹੀ ਆਏ, ਉਹੀ ਲਾਏ ਨੇ ਮੈਨੇ। ਬਿਲਕੁਲ ਸੰਚਾ ਉਹੀ ਰੱਖਿਆ, ਉਹੀ ਸੰਚਾ ਰੱਖਿਆ, ਸਿਰਫ ਫੋਟੋ ਬਦਲ ਗਈ ਜੀ। ਇਹਦੇ ਬੰਦੇ ਦੀ ਫੋਟੋ ਆ ਗਈ, ਇੱਥੇ ਐਡਵਰਡ 7 ਦੀ ਫੋਟੋ ਆ ਗਈ, ਉਹਦੇ ਵਿਕਟੋਰੀਆ ਕੁਈਨ ਦੀ ਹੈ, ਇਹਦੇ ਤੇ ਐਡਵਰਡ 7 ਦੀ। ਆ ਦੇਖੋ ਇੱਥੇ ਐਡਵਰਡ ਦੀ ਫੋਟੋ ਆ ਗਈ ਹੈ ਨਾ ਜੀ। ਹਾਂਜੀ, ਬਾਕੀ ਕੁਆਟਰ ਆਨਾ ਹੀ ਇਹਦਾ ਵੀ, ਕੁਆਟਰ ਆਨਾ ਹੀ ਇਹਦੀ ਕੀਮਤ ਹੈ ਜੀ। ਹਾਂਜੀ, ਕੁਆਟਰ ਆਨਾ ਹੀ ਲਿਖੀ ਹੈ। ਹਾਂਜੀ ਬਿਲਕੁਲ, ਕੁਆਟਰ ਆਨਾ ਕੀਮਤ ਹੈ। ਫੋਟੋ ਵਿਕਟੋਰੀਆ ਦੀ ਜਗ੍ਹਾ ਐਡਵਰਡ 7 ਦੀ ਆ ਗਈ, ਲਿਖਿਆ ਹੋਇਆ ਵੀ ਉਹੀ ਹੈ।
ਉਹਦੇ ਤੇ ਈਸਟ ਇੰਡੀਆ ਲਿਖਿਆ ਹੋਇਆ ਹੈ, ਇਹਦੇ ਤੇ ਆ ਕੇ ਇੰਡੀਆ ਪੋਸਟ ਕਾਰਡ ਹੋ ਗਿਆ। ਬਿਲਕੁਲ ਜੀ ਬਿਲਕੁਲ, ਇੰਡੀਆ ਪੋਸਟ ਕਾਰਡ। ਉਹ ਈਸਟ ਇੰਡੀਆ ਤੋਂ, ਕਿਉਂਕਿ ਉਸ ਟਾਈਮ ਈਸਟ ਇੰਡੀਆ ਕੰਪਨੀ ਦਾ ਰਾਜ ਸੀਗਾ ਜੀ। ਈਸਟ ਇੰਡੀਆ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਮੁਕੰਮਲ ਕੰਪਲੀਟ ਇੰਡੀਆ ਤੇ ਕਬਜ਼ਾ ਕਰ ਲਿਆ, ਫਿਰ ਹਕੂਮਤ ਇਹਨਾਂ ਦੀ ਹੋ ਗਈ। ਹਾਂ, ਫਿਰ ਇਹਨਾਂ ਨੇ ਉਸ ਤੋਂ ਈਸਟ ਇੰਡੀਆ ਚੱਕ ਕੇ ਇੰਡੀਆ ਪੋਸਟ ਕਾਰਡ ਕਰਤਾ। ਸਾਰਾ ਮੁਲਕ ਇਹਨਾਂ ਦਾ ਹੋ ਗਿਆ, ਸਾਰਾ ਮੁਲਕ ਹੀ ਇਹਨਾਂ ਦਾ ਹੋ ਗਿਆ। ਇਹ ਇਤਿਹਾਸ ਇਸ ਕਰਕੇ ਦੱਸਣਾ ਜ਼ਰੂਰੀ ਹੈ ਕਿ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਚੱਲਦਾ ਰਹੇ। ਸਹੀ ਗੱਲ ਹੈ। ਇਸ ਕਰਕੇ ਮੈਂ ਨਾਲ ਨਾਲ ਤੁਹਾਨੂੰ ਉਹ ਇਤਿਹਾਸ ਦੀਆਂ ਵੀ ਕੁਝ ਜਾਣਕਾਰੀਆਂ ਦਿੰਦਾ ਜਾ ਰਿਹਾ ਜੀ। ਬਹੁਤ ਚੰਗੀ ਗੱਲ ਹੈ। ਉਹ ਇਹਦਾ ਹੋ ਗਿਆ ਜਾਂ ਹੋਰ ਵੀ ਕੁਝ ਦੱਸਣ ਯੋਗ ਇਹਦੇ ਵਿੱਚ? ਇਹਦੇ ਕਾਲ ਦੇ ਵਿੱਚ ਹੀ ਪੋਸਟ ਕਾਰਡ ਦਾ ਸਾਈਜ਼ ਵੱਡਾ ਹੋ ਗਿਆ। ਅੱਜ ਜਿਹੜਾ ਸਾਨੂੰ ਪੋਸਟ ਕਾਰਡ ਸਾਡੇ ਹੱਥਾਂ 'ਚ ਹੈ ਜੀ, ਜਿਹੜਾ ਅੱਜ ਸਾਨੂੰ ਅਵੇਲੇਬਲ ਹੈ, ਉਹ ਐਡਵਰਡ 7 ਦੇ ਦੌਰ 'ਚ ਆ ਗਿਆ ਸੀਗਾ। ਇਹਨੇ ਸਾਈਜ਼ ਫਿਰ ਚੇਂਜ ਕਰਤਾ। ਸ਼ੁਰੂ 'ਚ ਤਾਂ ਇਹਨਾਂ ਨੇ ਉਹੀ ਸਾਈਜ਼ ਰੱਖਿਆ, ਇਸ ਤੋਂ ਬਾਅਦ ਇਹਨੇ ਸਾਈਜ਼ ਵੱਡਾ ਕਰਤਾ। ਤੇ ਉਹ ਹੁਣ ਮੈਂ ਅਗਲੇ ਤੁਹਾਨੂੰ ਦਿਖਾਵਾਂਗਾ ਜੀ। ਆਪਾਂ ਅਗਲੇ ਚੱਕ ਲਈਏ ਅਗਲੇ ਪਾਸੋਂ ਇਧਰੋਂ। ਦਰਸ਼ਕੋ, ਬਹੁਤ ਜ਼ਿਆਦਾ ਖਜ਼ਾਨਾ ਹੈ ਜਿਸ ਨੂੰ ਨਾ ਮੈਂ ਕਹਿੰਦਾ ਵੀ ਸਮਝ ਲਓ ਕਿ ਅੰਗਰੇਜ਼ 142 ਸਾਲ ਦੀ ਉਮਰ ਦਾ ਬੰਦਾ ਹੀ ਆਪਾਂ ਚੱਕ ਲਿਆ ਬਣਿਆ ਤਣਿਆ। ਇਹ ਦੇਖੋ ਜੀ, ਫਿਰ ਐਡਵਰਡ 7 ਦਾ ਦੌਰ ਜਦੋਂ ਆਇਆ, ਐਡਵਰਡ 7 ਦੇ ਦੌਰ ਦੇ ਵਿੱਚ ਆ ਵੱਡੇ ਸਾਈਜ਼ ਦੇ ਹੋ ਗਏ। ਆ ਕੀ ਲਿਖਿਆ ਵਾ? ਬ੍ਰਿਟਿਸ਼ ਇੰਡੀਆ ਪੋਸਟ ਕਾਰਡ। ਪੋਸਟ ਕਾਰਡ ਜਾਰਜ 5 ਦੇ ਪੋਸਟ ਕਾਰਡ ਨੇ ਜੀ। ਇਹ ਜਾਰਜ 5 ਦਾ ਜਦੋਂ ਜ਼ਮਾਨਾ ਆ ਗਿਆ, ਉਹਦੇ ਵਿੱਚ ਕੀਮਤਾਂ ਵੀ ਬਦਲ ਗਈਆਂ, ਫੋਟੋਆਂ ਵੀ ਬਦਲ ਗਈਆਂ, ਉਹਦਾ ਸਿਸਟਮ ਹੀ ਬਦਲ ਗਿਆ ਸਾਰਾ। ਔਰ ਇਹਦੀਆਂ ਫੋਟੋਆਂ ਦੇਖੋ ਡਿਫਰੈਂਟ ਨੇ ਜੀ। ਆਹ ਹੋਰ ਤਰ੍ਹਾਂ ਦੀ ਫੋਟੋ, ਕਲਰ ਆ ਹੋਰ ਹੈ, ਆਹ ਕਲਰ ਹੋਰ ਹੈ, ਅੱਗੇ ਆ ਕੇ ਹੋਰ ਹੋ ਗਿਆ। ਇਹ ਫਿਰ ਇਸ ਤਰ੍ਹਾਂ ਦੇ ਚੱਲੇ। ਉਸ ਤੋਂ ਬਾਅਦ ਫਿਰ ਆ ਗਿਆ ਹਰਾ ਜਿਹਾ ਹਰਾ ਜਿਹਾ। ਇਹ ਫਿਰ ਚੌਰਸ ਮੋਹਰ ਆ ਗਈ। ਇਹ ਐਗ ਸ਼ੇਪ ਮੋਹਰ ਹੈ ਇਹਦੀ ਫੋਟੋ ਵਾਲੀ, ਗੋਲਾਕਾਰ ਹੋ ਗਈ, ਗੋਲਾਕਾਰ ਹੈ। ਇਹ ਚੌਰਸ ਆ ਗਈ। ਇਹਦੇ 'ਚ ਆ ਕੇ ਅੱਗੇ ਆ ਕੇ ਰੰਗ ਫੇਰ ਬਦਲ ਗਿਆ ਜੀ। ਪਹਿਲਾ ਰੰਗ ਫਿੱਕਾ ਚੱਲ ਰਿਹਾ, ਇੱਥੇ ਆ ਕੇ ਗੂੜਾ ਰੰਗ ਹੋ ਗਿਆ। ਇੱਥੇ ਆ ਕੇ ਇੱਕ ਹੋਰ ਚੀਜ਼ ਦਾ ਗੌਰ ਕਰਿਓ, ਇਹਦੀ ਕੀਮਤ ਹੈ ਜਿਹੜੀ 9 ਪਾਈਸ ਹੋ ਗਈ। 9 ਪਾਈ ਦਾ ਮਤਲਬ 3 ਪੈਸੇ ਹੋ ਗਈ। ਰੇਟ ਵੱਧ ਗਿਆ? ਰੇਟ ਵੱਧ ਗਿਆ। ਅੱਛਾ। ਇਹ ਮਤਲਬ ਅੱਗੇ ਆ ਕੇ ਹਾਫ ਆਨਾ ਵੀ ਹੋਇਆ। ਅੱਛਾ। 1 ਪੈਸੇ ਤੋਂ ਬਾਅਦ ਪਹਿਲਾਂ ਇਹਦੇ ਹਾਫ ਆਨੇ ਦੇ ਚੱਲੇ ਨੇ। ਉਦੋਂ ਵੀ ਵਪਾਰੀਆਂ ਨੇ ਰੌਲਾ ਪਾਇਆ ਹੋਊਗਾ ਨਾ, ਭਾਈ ਮਹਿੰਗੇ ਕਰਤੇ ਯਾਰ ਆ ਤਾਂ ਇਹਨਾਂ ਨੇ। ਹਾਫ ਆਨਾ ਮੀਨਸ 2 ਪੈਸੇ ਜੀ। ਉਸ ਤੋਂ ਬਾਅਦ ਫਿਰ 9 ਪਾਈ ਮਤਲਬ 3 ਪੈਸੇ, ਕਿਉਂਕਿ 1 ਆਨੇ ਦੇ ਵਿੱਚ 12 ਪਾਈਆਂ ਹੁੰਦੀਆਂ ਸੀਗੀਆਂ। ਇਹ ਵੀ ਅਭੀ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਹੈਗਾ ਜੀ। 1 ਆਨੇ 'ਚ 12 ਪਾਈਆਂ ਹੁੰਦੀਆਂ ਸੀਗੀਆਂ। ਇਹ 9 ਪਾਈ ਦਾ ਜੀ। 9 ਪਾਈ ਦਾ ਮਤਲਬ 3 ਪੈਸੇ ਜੀ। ਤੇ ਅੱਗੇ ਆ ਕੇ ਫਿਰ 1 ਆਨੇ ਦਾ ਵੀ ਹੋਇਆ, ਫਿਰ 1.25 ਆਨੇ ਦਾ ਵੀ ਹੋਇਆ। ਉਹ ਜਿਉਂ ਵਕਤ ਹੈ ਉਹਦੇ ਹਿਸਾਬ ਨਾਲ ਮੈਂ ਉਸ ਤਰ੍ਹਾਂ ਲਾਉਂਦਾ ਰਿਹਾ ਤੇ ਉਦਾਂ ਹੀ ਤੁਹਾਨੂੰ ਦਿਖਾਊਂਗਾ ਹੁਣ ਮੈਂ ਜੀ। ਇਹ ਹੋ ਗਿਆ ਆਪਣਾ ਜਾਰਜ 5ਵੇਂ ਦੀ ਗੱਲਬਾਤ। ਜਾਰਜ 5ਵੇਂ ਦੀ। ਹੁਣ ਇਸ ਤੋਂ ਬਾਅਦ ਜਾਰਜ 5ਵਾਂ ਜਿਹੜਾ 1911 ਤੋਂ ਲੈ ਕੇ 1936 ਤੱਕ ਰਿਹਾ। 1936 'ਚ ਇਹਦੀ ਡੈਥ ਹੋ ਜਾਂਦੀ ਹੈ। 1937 ਦੇ ਵਿੱਚ ਜਾਰਜ 6ਵਾਂ ਆਉਂਦਾ। ਜਾਰਜ 6ਵੇਂ ਦੇ ਦੌਰ ਦੇ ਵਿੱਚ ਹੋਰ ਬਦਲਾਅ ਆਉਂਦਾ ਇਹਦੇ 'ਚ, ਤੇ ਕੀਮਤਾਂ ਵੀ ਵੱਧਦੀਆਂ ਨੇ, ਫੋਟੋ ਵੀ ਬਦਲਦੀ ਹੈ, ਪੋਸਟ ਕਾਰਡ ਦਾ ਡਿਜ਼ਾਈਨ ਵੀ ਬਦਲਦਾ। ਬਿਲਕੁਲ। ਹਾਂ, ਇਹਦੇ 'ਚ ਇੱਕ ਹੋਰ ਦੱਸਣਯੋਗ ਹੈ ਕਿ ਆ ਦੇਖੋ ਈਸਟ ਇੰਡੀਆ ਕੰਪਨੀ ਦੀ ਮੋਹਰ ਹੈ, ਆ ਸਟੈਂਪ ਲੱਗੀ ਈਸਟ ਇੰਡੀਆ ਕੰਪਨੀ ਦੀ ਆ। ਇਹਨਾਂ 'ਚ ਬਾਕੀਆਂ 'ਚ ਨਹੀਂ ਹੈਗੀ, ਇਹਦੇ 'ਚ ਹੋਰ ਰੰਗ ਦੀ ਹੈ। ਇਹਦੇ 'ਚ ਆ ਕੇ ਹੋਰ ਰੰਗ ਦੀ, ਜਿਸ ਰੰਗ ਦੀ ਉਹਦੀ ਫੋਟੋ ਆ ਗਈ ਉਸ ਰੰਗ ਦੀ ਉਹ ਸਟੈਂਪ ਆ ਗਈ। ਬਿਲਕੁਲ ਜੀ ਬਿਲਕੁਲ। ਮਤਲਬ ਇਹ ਸਟੱਡੀ ਵਾਲਾ ਵਿਸ਼ਾ ਹੈ। ਇਹਦੇ 'ਚ ਇੱਕ ਚੀਜ਼ ਜਿਹੜੀ ਹੈ ਉਹ ਸਟੱਡੀ ਕਰਕੇ ਬਣਾਈ ਗਈ ਹੈ। ਬਿਲਕੁਲ ਜੀ ਬਿਲਕੁਲ। ਉਸ ਹਿਸਾਬ ਨਾਲ ਹੀ ਮੈंने ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਦਾ ਸਾਰਾ ਐਗਜ਼ੀਬਿਸ਼ਨ ਦੇ ਵਿੱਚ ਹੁਣ ਸਮਝਣਯੋਗ ਗੱਲ ਇਹ ਹੈ ਕਿ ਬੰਦਾ ਕਿੰਨੀ ਕੁ ਦਿਲਚਸਪੀ ਲੈਂਦਾ, ਕਿੰਨਾ ਕੁ ਉਹਨੂੰ ਸਮਝਦਾ ਇਸ ਗੱਲ ਜੀ। ਬਿਲਕੁਲ ਮਿਹਨਤ ਵਾਲਾ ਕੰਮ ਆ। ਬਿਲਕੁਲ। ਇਸ ਤੋਂ ਬਾਅਦ ਆਪਾਂ ਚੱਕ ਲਈਏ ਉਹ ਪਿਆ ਸੀ ਹਾਂਜੀ ਬ੍ਰਿਟਿਸ਼ ਇੰਡੀਆ ਪੋਸਟ ਕਾਰਡ। ਬ੍ਰਿਟਿਸ਼ ਇੰਡੀਆ ਪੋਸਟ ਕਾਰਡ ਇਹ ਹੈ ਜੀ ਜਾਰਜ 6ਵਾਂ ਜੀ। ਇੱਕ 6ਵਾਂ ਪਹਿਲਾਂ ਆ ਗਿਆ ਸੀ? ਨਹੀਂ, ਉਹ 5ਵਾਂ ਜੀ। 5ਵਾਂ ਸੀ, ਠੀਕ ਆ। ਉਹ ਐਡਵਰਡ 7 ਹੈ। ਉਹ 7 ਪਹਿਲਾਂ ਕਿਵੇਂ ਆ ਗਿਆ? ਐਡਵਰਡ ਔਰ ਜਾਰਜ ਦੇ ਵਿੱਚ ਫਰਕ ਓਕੇ ਠੀਕ ਆ ਠੀਕ ਆ। ਉਹ ਜਾਰਜ ਸੀਗਾ, ਇਹ ਜਾਰਜ ਹੈ, ਉਹ ਐਡਵਰਡ ਹੈ। ਨਾਮਾਂ ਦਾ ਫਰਕ ਆ, ਠੀਕ ਆ ਜੀ। ਹਾਂਜੀ, ਇਹਦੇ ਤੇ ਆ ਜਾਈਏ ਆਪਾਂ ਹੁਣ। ਇਹਦੇ 'ਚ ਆ ਜਾਈਏ ਜੀ। ਜਾਰਜ ਦਾ ਜਿਹੜਾ ਇਹ ਟਾਈਮ ਜਿਹੜਾ ਪੀਰੀਅਡ ਆਇਆ ਹੈ 1936 ਤੋਂ ਜਾਂ 1937 ਤੋਂ 1947 ਤੱਕ ਰਿਹਾ ਜੀ। 1947 'ਚ ਭਾਰਤ ਆਜ਼ਾਦ ਹੋ ਗਿਆ, ਯਾਨੀ ਕਿ 10 ਸਾਲ ਇਹਦੇ ਪੋਸਟ ਕਾਰਡ ਚੱਲੇ। ਇੱਕ ਵੱਡੀ ਖੂਬੀ ਦੀ ਗੱਲ ਹੈ ਕਿ ਜਦੋਂ ਇੰਡੀਆ ਔਰ ਪਾਕਿਸਤਾਨ ਅਲੱਗ-ਅਲੱਗ ਬਣ ਗਏ, ਇੰਡੀਆ ਆਜ਼ਾਦ ਹੋ ਗਿਆ, ਤਾਂ 3 ਸਾਲ ਅੰਗਰੇਜ਼ਾਂ ਦੇ ਪੋਸਟ ਕਾਰਡ ਚੱਲਦੇ ਰਹੇ ਆਪਣੇ ਉਰੇ ਆਜ਼ਾਦ ਭਾਰਤ 'ਚ। ਆਜ਼ਾਦ ਭਾਰਤ ਦੇ ਵਿੱਚ
ਅੱਛਾ 3 ਸਾਲ ਸਨ 1947 ਚ ਸਾਡਾ ਭਾਰਤ ਆਜ਼ਾਦ ਹੋ ਗਿਆ, ਮਗਰ ਅਸੀਂ ਪੋਸਟ ਕਾਰਡ ਨਹੀਂ ਛਾਪਿਆ। ਇਹਨਾਂ ਨੇ ਤਾਂ ਕਰੰਸੀ ਵੀ ਨਹੀਂ ਛਾਪੀ, ਮੋਹਰ ਵੀ ਉਹਨਾਂ ਦੀ ਚੱਲਦੀ ਰਹੀ ਸੀ। ਮੋਹਰ ਵੀ ਉਹਨਾਂ ਦੀ ਚੱਲਦੀ ਰਹੀ, ਪੈਸੇ ਵੀ ਉਹਨਾਂ ਦੇ ਚੱਲਦੇ ਰਹੇ, ਨੋਟ ਵੀ ਉਹਨਾਂ ਦੇ ਚੱਲਦੇ ਰਹੇ, ਪੋਸਟ ਕਾਰਡ ਵੀ ਉਹਨਾਂ ਦੇ ਚੱਲਦੇ ਰਹੇ। ਫਿਰ ਢਾਂਚਾ ਹੀ ਨਹੀਂ ਸੀ ਨਾ, ਨਵੇਂ ਆਪਾਂ ਤਾਂ ਆਜ਼ਾਦ ਹੋਏ ਸੀ, ਘਰ ਨਵਾਂ ਬਣਿਆ ਸੀ। ਆਜ਼ਾਦ ਹੋਏ ਸੀ 1950 ਤੱਕ ਜਾਰਜ ਦੇ ਪੋਸਟ ਕਾਰਡ ਚੱਲੇ ਨੇ ਜੀ। ਸਾਡਾ ਭਾਰਤ ਦਾ ਜਿਹੜਾ ਪਹਿਲਾ ਪੋਸਟ ਕਾਰਡ ਸਾਡਾ ਆਜ਼ਾਦੀ ਵਾਲਾ, ਜਿਹਨੂੰ ਰਿਪਬਲਿਕ ਇੰਡੀਆ ਕਹਿ ਦਈਏ, ਉਹ 1950 ਚ ਆਇਆ। 1947 ਤੋਂ 1950 ਤੱਕ ਜਾਰਜ 6 ਦੇ ਪੋਸਟ ਕਾਰਡ ਹੀ ਚੱਲੇ ਨੇ। ਇਹੀ ਚੱਲੇ ਆ ਮਤਲਬ? ਇਹੀ ਚੱਲੇ, ਹਾਂਜੀ। ਆ ਹਿੰਦੀ ਲਿਖੀ ਹੋਈ ਆ ਵਿੱਚ? ਇਹ ਤਾਂ ਫਿਰ ਵਪਾਰੀਆਂ ਨੇ ਆਪਣੇ ਛਪਾ ਲੈਣਾ, ਆਪਦੇ ਛਪਾ ਲਏ, ਆਪਣੇ ਪ੍ਰਿੰਟ ਕਰਾ ਲਏ ਉਹਨਾਂ ਨੇ। ਇਹ ਮਤਲਬ ਅੰਗਰੇਜ਼ਾਂ ਵੇਲੇ ਤੇ 1950 ਤੱਕ ਇਹੀ ਚੱਲੇ ਆ। ਹਾਂ, ਇਹ ਅੱਗੇ ਆ ਕੇ ਦੇਖੋ ਜੀ, ਇਹ ਵੀ 9 ਪਾਈਸ 9 ਪਾਈ ਰੇਟ ਚੱਕਤਾ ਇਹਨਾਂ ਨੇ ਫਿਰ। ਰੇਟ ਹਾਂ ਜੀ, ਉੱਥੇ ਚੱਲ ਰਿਹਾ ਹੈ 9 ਪੈਸੇ ਚੱਲ ਰਿਹਾ ਹੈ ਜੀ, ਮਤਲਬ 3 ਪੈਸੇ ਚੱਲ ਰਿਹਾ ਹੈ ਜੀ। 3 ਪੈਸੇ ਤੋਂ ਬਾਅਦ ਇਹਦਾ ਰੇਟ ਅੱਗੇ ਵੱਧਦਾ ਹੈ ਜੀ। ਇਹ 1947 ਆ ਗਿਆ ਜੀ, ਦੇਖੋ ਜੀ। 1947 ਚ ਇਹਦਾ ਰਾਜ ਖਤਮ ਹੋ ਗਿਆ ਅੰਗਰੇਜ਼ਾਂ ਦਾ ਜੀ। ਇਹ ਮੈਨੇ ਹੱਥ ਨਾਲ ਇਸ ਕਰਕੇ ਲਿਖਿਆ ਕਿ ਮੋਹਰ ਤੇ ਪੜ੍ਹਨਾ ਆਸਾਨ ਨਹੀਂ ਹੈਗਾ, ਔਖਾ ਸੀਗਾ। ਮੋਹਰ ਤੇ ਆ ਦੇਖੋ 47 ਪੜ੍ਹ ਸਕਦੇ ਹੋ ਤੁਸੀਂ, ਅਗਰ ਪਰ ਬਹੁਤ ਔਖਾ ਲਿਖਿਆ ਹਨ, ਸਮਝ ਨਹੀਂ ਆ ਰਿਹਾ, ਕੈਮਰੇ ਸ਼ਾਇਦ ਪਕੜ ਨਾ ਹੋਵੇ। ਹਾਂ, 7 ਦਿਖ ਰਿਹਾ ਜੀ, 4 ਇੱਧਰ ਦਿਖ ਰਿਹਾ ਹੈ 1947। ਠੀਕ ਆ, ਤੇ ਆ ਫਿਰ ਨਹੀਂ ਤਾਂ ਤੁਸੀਂ ਇੱਥੇ ਲਿਖ ਲਿਆ ਫਿਰ? ਫਿਰ ਇਸ ਕਰਕੇ ਮੈਨੇ ਲਿਖ ਲਿਆ 1947 ਤੋਂ ਬਾਅਦ 1948, 48 ਤੋਂ ਬਾਅਦ 49, 50, ਇਹ ਮੈਨੇ ਇਸ ਕਰਕੇ ਸਾਰੇ ਲਿਖੇ ਨੇ। 1950 ਦੇ ਵਿੱਚ ਅੰਗਰੇਜ਼ਾਂ ਦਾ ਦੌਰ ਖਤਮ ਹੋ ਜਾਂਦਾ ਜੀ, ਤੇ ਇਹ ਆਪਾਂ ਚੈਪਟਰ ਬੰਦ ਕਰਕੇ ਫਿਰ ਹੁਣ ਅੱਗੇ ਅਗਲਾ ਜਿਹੜਾ ਸ਼ੁਰੂ ਕਰੀਏ ਉਹ ਰਿਆਸਤਾਂ ਦਾ ਸ਼ੁਰੂ। ਰਿਆਸਤਾਂ ਦੀ ਗੱਲ ਕਰੀਏ, ਰਿਆਸਤਾਂ ਦੀ ਗੱਲ ਆਜੋ ਰਿਆਸਤਾਂ ਵਾਲੇ ਪਾਸੇ ਵੀ ਚੱਲ ਗਏ ਆਪਾਂ, ਆ ਗਏ ਸਟੇਟਾਂ ਵਾਲੇ ਪਾਸੇ। ਭਾਰਤ ਦੇ ਵਿੱਚ ਰਿਆਸਤ ਜਾਂ ਸਟੇਟ ਕਹਿ ਲਈਏ ਇੱਕੋ ਗੱਲ ਹੀ ਆ, ਤੇ ਜਿਵੇਂ ਪੰਜਾਬ ਦੇ ਵਿੱਚ ਵੀ 4-5 ਸਟੇਟਾਂ ਹੋਈਆਂ ਨੇ, ਨਾਭਾ, ਪਟਿਆਲਾ, ਜੀਂਦ, ਫਰੀਦਕੋਟ, ਤੇ ਉਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੀਆਂ ਇੰਡੀਆ 'ਚ ਸਟੇਟਾਂ ਹੋਈਆਂ ਨੇ, ਜਿਵੇਂ ਗਵਾਲੀਅਰ ਸਟੇਟ ਹੋਈ, ਕਿਉਂ ਜੀ ਇਦਾਂ ਹੀ ਸੀ ਨਾ। ਤੇ ਇਹਨਾਂ ਦੇ ਵੀ ਪੋਸਟ ਕਾਰਡ ਵੱਖੋ ਵੱਖਰੇ ਨੇ, ਤੇ ਇਹਨਾਂ ਦਾ ਵੀ ਇੱਕ ਆਪਣਾ ਇਤਿਹਾਸ ਆ। ਜਿਵੇਂ ਸਾਡੇ ਕੋਲੇ ਨਾਭਾ ਸਟੇਟ ਪੋਸਟ ਕਾਰਡ ਆ ਗਿਆ ਜੀ। ਇਦਾਂ ਹੀ ਅੰਗਰੇਜ਼ਾਂ ਦੇ ਦੌਰ 'ਚ, ਕਿਉਂਕਿ ਅੰਗਰੇਜ਼ਾਂ ਨੇ ਚਲਾਇਆ ਸੀਗਾ ਪੋਸਟ ਕਾਰਡ ਜੀ, ਇਹ ਜਿਹੜੀਆਂ ਰਿਆਸਤਾਂ ਸੀਗੀਆਂ ਅੰਗਰੇਜ਼ਾਂ ਦੇ ਅਧੀਨ ਸੀਗੀਆਂ। ਸਹੀ ਆ, ਹੈਗੀਆਂ ਸੀ ਬਿਲਕੁਲ। ਇਸ ਕਰਕੇ ਫਿਰ ਰਿਆਸਤਾਂ ਨੂੰ ਕੋਈ ਚੀਜ਼ ਜਿਹੜੀ ਵੀ ਕੱਢਣੀ ਪੈਂਦੀ ਸੀ, ਚਲਾਉਣੀ ਪੈਂਦੀ ਸੀ, ਅੰਗਰੇਜ਼ ਤੋਂ ਇਜਾਜ਼ਤ ਲੈਣੀ ਪੈਂਦੀ ਸੀ, ਆਗਿਆ ਲੈਣੀ ਪੈਂਦੀ ਸੀ। ਭਾਈ ਮੈਂ ਆ ਕਰ ਲਾਂ ਕੰਮ, ਹਾਂ ਇਹ ਕਰ ਲਾਂ। ਜੇ ਅੰਗਰੇਜ਼ ਅਪਰੂਵਲ ਦਿੰਦਾ ਸੀਗਾ ਤਾਂ ਉਹ ਰਿਆਸਤ ਕਰ ਸਕਦੀ ਸੀ, ਨਹੀਂ ਕਿਉਂਕਿ ਉਹਦੇ ਅਧੀਨ ਹੈ, ਉਹਨੂੰ ਉਹਦੇ ਮੁਤਾਬਕ ਚੱਲਣਾ ਪੈਣਾ ਸੀਗਾ ਜੀ। ਸਹੀ ਹੈ। ਇੱਥੇ ਹੁਣ 2 ਤਰ੍ਹਾਂ ਦੀ ਕੈਟਾਗਰੀ ਹੋ ਗਈ। ਜਿਹੜੀਆਂ ਵੱਡੀਆਂ ਰਿਆਸਤਾਂ ਸੀਗੀਆਂ ਅੰਗਰੇਜ਼ਾਂ ਦੇ ਨੇੜੇ, ਜ਼ਿਆਦਾ ਨੇੜੇ ਸੀਗੀਆਂ ਜੀ, ਉਹਨਾਂ ਰਿਆਸਤਾਂ ਨੂੰ ਤਾਂ ਅੰਗਰੇਜ਼ਾਂ ਨੇ ਸਿੱਧੀ ਇਜਾਜ਼ਤ ਦੇ ਦਿੱਤੀ ਵੀ ਤੁਸੀਂ ਆਪਣੇ ਪੋਸਟ ਕਾਰਡ ਛਕਾ ਕੇ ਆਪਣੀ ਰਿਆਸਤ ਦੇ ਨਾਮ ਤੇ ਕੱਢ ਸਕਦੇ ਹੋ ਜੀ, ਰੈਵਨਿਊ ਇਕੱਠਾ ਕਰ ਸਕਦੇ ਹੋ ਤੁਸੀਂ। ਤੇ ਜਿਹੜੀਆਂ ਛੋਟੀਆਂ ਰਿਆਸਤਾਂ ਸੀਗੀਆਂ, ਜਾਂ ਛੋਟੀਆਂ ਤੋਂ ਭਾਵ ਜਿਹੜੀਆਂ ਅੰਗਰੇਜ਼ਾਂ ਨਾਲ ਘੱਟ ਬਣਦੀ ਸੀਗੀ, ਜਿਵੇਂ ਜੀਂਦ ਕਹਿ ਸਕਦੇ ਹਾਂ, ਜਾਂ ਨਾਭਾ ਕਹਿ ਸਕਦੇ ਹਾਂ, ਉਹਨਾਂ ਨੂੰ ਫਿਰ ਉਹਨਾਂ ਨੇ ਸਿੱਧੀ ਆਗਿਆ ਨਹੀਂ ਦਿੱਤੀ ਅੰਗਰੇਜ਼ਾਂ ਨੇ ਜੀ, ਉਹਨਾਂ ਨੂੰ ਫਿਰ ਸਿੱਧੀ ਇਜਾਜ਼ਤ ਨਹੀਂ ਦਿੱਤੀ, ਉਹਨਾਂ ਨੂੰ ਇਜਾਜ਼ਤ ਦਿੱਤੀ ਥੋੜਾ ਜਿਹਾ ਬਲ ਪਾ ਕੇ। ਉਹ ਕਿੱਦਾਂ ਕਿ ਪੋਸਟ ਕਾਰਡ ਤਾਂ ਅੰਗਰੇਜ਼ ਦਾ ਹੀ ਹੋਊਗਾ ਹਾਂਜੀ, ਔਰ ਉਹਦੇ ਉੱਪਰ ਉਹ ਆਪਣੀ ਰਿਆਸਤ ਦਾ ਇਨਸਿਗਨੀਆ ਤੇ ਆਪਣੀ ਰਿਆਸਤ ਦਾ ਓਵਰ ਪ੍ਰਿੰਟ ਨਾਮ ਨਾਭਾ ਸਟੇਟ ਦਾ ਇਨਸਿਗਨੀਆ, ਜੋ ਆਪਣਾ ਠੱਪਾ ਲਾ ਕੇ ਚਲਾ ਸਕਦਾ, ਆ ਲੋਗੋ ਲਾ ਸਕਦੇ ਆ, ਕਾਰਡ ਉਹਨਾਂ ਦਾ ਅੰਗਰੇਜ਼ਾਂ ਦਾ। ਦੇਖੋ ਆ ਦਰਸ਼ਕੋ ਵੀ ਨਾਭਾ ਸਟੇਟ ਲਿਖਿਆ ਹੋਇਆ ਵਾ, ਤੇ ਆ ਕਾ ਲੋਗੋ ਉਹਨਾਂ ਦਾ ਲੱਗਿਆ ਹੋਇਆ ਵਾ। ਆ ਦੋ ਚੀਜ਼ਾਂ ਮਤਲਬ ਪੋਸਟ ਕਾਰਡ ਤੇ ਕਾਰਡ ਉਹਨਾਂ ਦਾ ਸੀ, ਫਿਰ ਇਹਨਾਂ ਨੇ ਆਪਦੀ ਸਟੈਂਪ ਲਾ ਕੇ ਭਾਈ ਅਸੀਂ ਵੀ ਆਪਦੀ ਹੈਗੇ ਇੱਥੇ, ਅਹਿਮੀਅਤ ਨੂੰ ਦਰਸਾਇਆ ਉਹਨਾਂ ਨੇ। ਇਹ ਉਹ ਸਟੇਟਾਂ ਨੇ ਜਿਨ੍ਹਾਂ ਦੇ ਅੰਗਰੇਜ਼ਾਂ ਦੇ ਕਾਰਡ ਤੇ ਆ ਦੇਖੋ ਜਾਰਜ 5 ਦਾ ਹਾਂਜੀ, ਤੇ ਉੱਤੇ ਨਾਭਾ ਸਟੇਟ, ਹਾਂ ਜਾਰਜ 5 ਦਾ ਕਲਰ ਚੇਂਜ ਹੋ ਗਿਆ, ਡਿਜ਼ਾਈਨ ਚੇਂਜ ਹੋ ਗਿਆ, ਉਸ ਤੋਂ ਬਾਅਦ ਫਿਰ ਨਾਭਾ ਸਟੇਟ ਦਾ ਇਨਸਿਗਨੀਆ ਦੇਖੋ ਕਿੰਨਾ ਵਧੀਆ ਲੱਗ ਰਿਹਾ। ਬਿਲਕੁਲ ਬਹੁਤ ਘੈਂਟ, ਈਸਟ ਇੰਡੀਆ ਕੰਪਨੀ ਦੇ ਨਾਲ ਮਿਲਦਾ ਜੁਲਦਾ ਜਾਂ ਘੋੜੇ ਜੀ, ਬਹੁਤ ਵਧੀਆ ਜੱਚ ਰਿਹਾ ਹੈ। ਉਹਨਾਂ ਦੇ ਸ਼ੇਰ ਆ ਮੇਰੇ ਖਿਆਲ ਚ, ਇਹਨਾਂ ਦੇ ਘੋੜੇ ਆ, ਜੀ ਜੀ ਬਿਲਕੁਲ। ਨਾਭਾ ਸਟੇਟ ਤੁਹਾਨੂੰ ਹਰ ਇੱਕ ਪੋਸਟ ਕਾਰਡ ਤੇ ਮਿਲੇਗਾ ਜੀ। ਇਹ ਨਾਭਾ ਸਟੇਟ ਦੇ ਦਰਸ਼ਕੋ ਤੁਸੀਂ ਵੇਖ ਸਕਦੇ ਹੋ, ਕਲਰ ਵੀ ਥੋੜੇ ਵੱਖਰੇ ਨੇ, ਤੇ ਮੋਹਰਾਂ ਵੀ ਵੱਖਰੀਆਂ ਨੇ। ਉਰਦੂ ਫਾਰਸੀ ਜ਼ੁਬਾਨ ਹੈ ਜੀ ਇਹ ਵਰਤੀ ਗਈ, ਹਾਂਜੀ ਇਹ ਫਾਰਸੀ ਆ, ਉਸ ਟਾਈਮ ਫਾਰਸੀ ਚੱਲਦੀ ਹੁੰਦੀ ਸੀ, ਫਾਰਸੀ ਸੀ ਜੀ। ਪੰਜਾਬ ਦੀ ਮੈਂ ਕਹਿੰਦਾ ਰਾਜ ਭਾਸ਼ਾ ਦੇ ਤੌਰ ਤੇ ਬਿਲਕੁਲ। ਰਣਜੀਤ ਸਿੰਘ ਦੇ ਦੌਰ ਦੇ ਵਿੱਚ ਵੀ ਰਾਜ ਭਾਸ਼ਾ ਜਿਹੜੀ ਸੀ ਫਾਰਸੀ ਸੀਗੀ, ਰਣਜੀਤ ਸਿੰਘ ਦੇ ਦਰਬਾਰੀ ਭਾਸ਼ਾ ਜਿਹੜੀ ਸੀ ਉਹ ਫਾਰਸੀ ਸੀ, ਜਿਹੜੀ ਉਸ ਟਾਈਮ ਲਿਖਤ ਪੜ੍ਹਤ ਹੁੰਦੀ ਸੀ ਕਚਹਿਰੀਆਂ 'ਚ, ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਫਾਰਸੀ 'ਚ ਹੁੰਦੀ ਸੀਗੀ। ਉਦੋਂ ਬਜ਼ੁਰਗ ਪੜ੍ਹੇ ਲਿਖੇ ਸਾਰੇ ਫਾਰਸੀ ਪੜ੍ਹੇ ਹੋਏ ਸੀਗੇ, ਤਾਂ ਕਰਕੇ ਚਿੱਠੀ ਪੱਤਰ ਸਾਰਾ ਫਾਰਸੀ 'ਚ ਕਰਦੇ ਸੀਗੇ, ਇਸ ਕਰਕੇ ਫਿਰ ਫਾਰਸੀ ਹੀ ਚੱਲਦੀ ਸੀਗੀ। ਠੀਕ ਆ, ਹੁਣ ਚੱਕੀ ਅਗਲਾ ਦੇਖੀਏ ਜੀ ਹੁਣ। ਹਾਂਜੀ, ਇਸ ਤੋਂ ਬਾਅਦ ਫਿਰ ਪਟਿਆਲਾ ਸਟੇਟ ਦੇ ਵੀ ਆਏ ਨੇ ਜੀ। ਹਾਂਜੀ, ਪੰਜਾਬ ਦੀਆਂ ਕਹਿ ਲਓ ਕਿ ਰਿਆਸਤਾਂ ਦੀ ਗੱਲ ਕਰ ਸਕਦੇ ਹਾਂ ਆਪਾਂ ਨਾ। ਪਟਿਆਲਾ ਸਟੇਟ ਪੋਸਟ ਕਾਰਡ ਬ੍ਰਿਟਿਸ਼ ਇੰਡੀਆ ਪੀਰੀਅਡ ਜੀ ਜੀ।
ਆ ਗਿਆ ਹਾਂਜੀ। ਇਹਦੀ ਕੀ ਅਹਿਮੀਅਤ ਆ? ਤੇ ਅਹਿਮੀਅਤ ਤਾਂ ਖੈਰ ਹੈ। ਅਹਿਮੀਅਤ ਇਹ ਹੈ ਕਿ ਇਹਨੂੰ ਵੀ ਆਪਣਾ ਛਾਪਣ ਦੀ ਇਜਾਜ਼ਤ ਨਹੀਂ ਸੀਗੀ। ਇਹਨਾਂ ਦਾ ਵੀ ਆ ਪਟਿਆਲਾ ਸਟੇਟ ਦਾ ਲੋਗੋ ਦੇਖ ਸਕਦੇ ਹੋ ਜੀ, ਤੇ ਪਟਿਆਲਾ ਸਟੇਟ ਲਿਖਿਆ ਹੋਇਆ ਪੜ੍ਹ ਸਕਦੇ ਹੋ ਜੀ। ਬਿਲਕੁਲ, ਉੱਤੇ ਅੰਗਰੇਜ਼ਾਂ ਦਾ ਆਪਦਾ ਲੋਗੋ ਸੀ, ਥੱਲੇ ਸਟੇਟ ਦਾ। ਪੋਸਟ ਕਾਰਡ ਅੰਗਰੇਜ਼ ਦਾ ਸੀਗਾ, ਓਵਰ ਪ੍ਰਿੰਟਿੰਗ ਜਿਹੜੀ ਉਹ ਸਟੇਟ ਦੀ ਸੀਗੀ। ਹਾਂ, ਉੱਤੇ ਇੱਕ ਸਿਰਫ ਆਪਦਾ ਹੀ ਹਾਜ਼ਰੀ ਜੀ ਲਵਾ ਦਿੰਦੇ ਸੀ, ਜਿਵੇਂ ਆ ਹੋ ਗਿਆ। ਹੋ ਜਾਂਦਾ ਸੀਗਾ ਕਿ ਪਟਿਆਲਾ ਸਟੇਟ ਨੇ ਪੋਸਟ ਕਾਰਡ ਇਸ਼ੂ ਕੀਤਾ, ਪਟਿਆਲਾ ਸਟੇਟ ਵੱਲੋਂ ਹੈ ਇਹ ਜੀ। ਇੰਨਾ ਕੁ ਹੋ ਜਾਂਦਾ ਸੀਗਾ। ਮਟੀਰੀਅਲ ਉਧਰੋਂ ਲੈ ਲੈਂਦੇ, ਮਟੀਰੀਅਲ ਉਧਰੋਂ ਲੈ ਲੈਂਦੇ। ਉਹ ਤਾਂ ਫਿਰ ਟੈਕਸ ਵੀ ਪੇ ਕਰਦੇ ਹੋਣੇ ਉਹ? ਬਿਲਕੁਲ, ਉਹਦੀ ਜੋ ਰੇਟ ਹੁੰਦਾ ਸੀਗਾ ਉਸ ਰੇਟ ਤੇ ਲੈਣੇ ਪੈਂਦੇ ਸੀਗੇ। ਫਿਰ ਓਵਰ ਪ੍ਰਿੰਟ, ਬਲਕਿ ਓਵਰ ਪ੍ਰਿੰਟ ਵੀ ਅੰਗਰੇਜ਼ ਹੀ ਕਰਕੇ ਦਿੰਦਾ ਸੀਗਾ। ਉਹਨਾਂ ਨੂੰ ਆਰਡਰ ਦੇਣਾ ਪੈਂਦਾ ਸੀਗਾ ਕਿ ਇੰਨਾ ਸਾਨੂੰ ਪੋਸਟ ਕਾਰਡ ਦੇ ਦਿਓ। ਉਹ ਓਵਰ ਪ੍ਰਿੰਟ ਵੀ ਉਹੀ ਕਰਕੇ ਦਿੰਦਾ ਸੀ। ਉਹਨੂੰ ਇਹ ਰਹਿੰਦਾ ਸੀਗਾ ਵੀ ਇਹ ਆਪ ਵੱਧ ਨਾ ਕਰ ਲੈਣ, ਕਿ ਕੁਛ ਐਵੇਂ ਨਾ ਆਪਦਾ ਲਿਖ ਦੇਣ, ਹਨਾ? ਹਾਂ, ਵੀ ਨਾ ਆਪਣਾ ਹੀ ਵੱਧ ਹੀ ਨਾ ਕਰ ਲੈਣ ਕਿਤੇ, ਵੀ ਸਾਨੂੰ ਰੈਵਨਿਊ ਘੱਟ ਆਊਗਾ, ਫਿਰ ਸਾਨੂੰ ਪੈਸਾ ਛਾਪਾਖਾਨਾ ਨਹੀਂ ਇਹਨਾਂ ਨੂੰ ਦਿੱਤਾ, ਉਹ ਮੋਹਰ ਨਹੀਂ ਦਿੱਤੀ। ਮੋਹਰ ਨਹੀਂ ਦਿੱਤੀ। ਮੋਹਰ ਇਨਸਿਗਨੀਆ ਉਸੇ ਰਿਆਸਤ ਦਾ ਲਾ ਕੇ ਉਹਨੂੰ ਜਿੰਨਾ ਆਰਡਰ ਹੁੰਦਾ ਸੀ ਉਹਨਾਂ ਪੋਸਟ ਕਾਰਡ ਭੇਜ ਦਿੰਦੇ ਸੀਗੇ। ਮਤਲਬ ਅੰਗਰੇਜ਼ਾਂ ਦੇ ਬੜੇ ਪ੍ਰੋਪਰ ਕੰਮ ਸੀਗੇ। ਉਹਨਾਂ ਨੇ ਪੂਰਾ ਦਬਦਬਾ ਰੱਖਿਆ, ਦਬਦਬਾ ਬਣਾ ਕੇ ਰੱਖਿਆ। ਇਹਨਾਂ ਨੂੰ ਇਹ ਨਹੀਂ ਹੈ ਕਿ ਤੁਸੀਂ ਆਪੇ ਛਾਪੀ ਜਾਓ, ਚਲਾਈ ਜਾਓ। ਆਪੇ ਐਵੇਂ ਮੁਖਤਿਆਰ ਬਣੇ ਫਿਰੋ। ਹਾਂ, ਬਿਲਕੁਲ ਜੀ। ਉਹ ਵੀ ਹੈਗੀਆਂ ਸਟੇਟਾਂ, ਤੁਹਾਨੂੰ ਉਹ ਵੀ ਦਿਖਾਉਂਗਾ ਜੀ। ਤੇ ਜਿਹੜੀਆਂ ਮੁਖਤਿਆਰ ਬਣੀਆਂ ਆ ਰੱਖ ਦਈਏ ਜੀ ਹੁਣ? ਹਾਂਜੀ, ਇਹ ਪਟਿਆਲਾ ਜੀ। ਇਹ ਪਟਿਆਲਾ ਹੋ ਗਿਆ। ਇੱਕ ਪਟਿਆਲਾ ਸਟੇਟ ਦੀ ਮੈਨੂੰ ਇੱਕ ਬਹੁਤ ਵਧੀਆ ਤੁਹਾਨੂੰ ਹੋਰ ਚੀਜ਼ ਦੱਸਣੀ ਹੈ ਜੀ। ਇਹ ਦੇਖੋ, ਪਟਿਆਲਾ ਸਟੇਟ, ਪਟਿਆਲਾ ਦੇ ਸਪੈਲਿੰਗ ਇਹ ਨੇ, ਮੋਹਰ ਤੇ ਆ ਲਿਖਿਆ ਹੋਇਆ ਪਟਿਆਲਾ। ਯੂ ਵਰਤੀ ਗਈ ਆ, ਯੂ ਤੇ ਡਬਲ ਟੀ ਡਬਲ ਐਲ। ਆ ਦੇਖੋ ਵੀ ਉਤਲਾ ਪਟਿਆਲਾ ਸਹੀ ਆ ਸ਼ਬਦ ਨਾ, ਅੱਜ ਜੋ ਚੱਲ ਰਿਹਾ ਇਹ ਹੈ। ਤੇ ਬਾਅਦ ਦੇ ਵਿੱਚ ਵਰਤਿਆ ਗਿਆ ਆਹ ਵਾ, ਜਿੱਥੇ ਮੈਂ ਉਂਗਲ ਨਾਲ ਟੱਚ ਕਰ ਰਿਹਾ। ਇਹ ਮਤਲਬ ਕੀ ਸੀ? ਗਲਤੀ, ਇਰਰ ਸੀ ਇਹ ਐਰਰ ਹੈ ਜੀ। ਔਰ ਇਹ ਮੋਹਰ ਜਿਹੜੀ ਬਣੀ, ਉਹ ਮੋਹਰ ਬਣਾਉਣ ਵਾਲਿਆਂ ਨੇ ਇਹ ਗਲਤ ਬਣਾਤੀ, ਉਦਾਂ ਹੀ ਚੱਲੀ ਗਈ। ਉਹ ਵੀ ਠੋਕੀ ਤੁਰੇ ਗਏ ਮੋਹਰਾਂ, ਠੋਕੀ ਤੁਰੀ ਗਈ। ਮੈਂ ਇਹੀ ਤਾਂ ਚੀਜ਼ਾਂ ਰੱਖਣ ਵਾਲੀਆਂ ਨੇ। ਔਰ ਕਾਰਡ ਵੀ ਦੇਖੋ ਤੁਸੀਂ, ਵਿਕਟੋਰੀਆ ਕੁਈਨ ਦੇ ਜ਼ਮਾਨੇ ਦਾ। ਹਾਂ, ਉਹਦੇ ਤੇ ਗਲਤ ਫਲਤ ਲਾਈ ਗਏ। ਮਾਲਕਾ ਵਿਕਟੋਰੀਆ ਦੇ ਜ਼ਮਾਨੇ ਦਾ, ਕਿਸੇ ਨੇ ਧਿਆਨ ਨਹੀਂ ਕੀਤਾ ਹੈ। ਔਰ ਇਹ ਤਿੰਨੋਂ ਹੀ ਉਹੀ ਨੇ, ਉਹਨਾਂ ਤੇ ਗਲਤ ਮੋਹਰਾਂ ਵਾਲੇ। ਹਾਂਜੀ, ਆ ਮੋਹਰ ਲਾਲ ਕਲਰ 'ਚ ਲੱਗੀ ਹੋਈ ਹੈ ਜੀ, ਤੇ ਇਹ ਕਾਲੇ 'ਚ ਹੈ, ਉਹ ਲਾਲ 'ਚ ਲੱਗੀ ਹੋਈ ਹੈ। ਸਪੈਲਿੰਗ ਉਹੀ ਨੇ। ਬਿਲਕੁਲ ਐਰਰ ਹੈ, ਇਸ ਕਰਕੇ ਮੈंने ਅਲੱਗ ਲਾਏ ਨੇ ਇਹ ਜੀ। ਮਤਲਬ ਕਾਫੀ ਰੇਅਰ ਨੇ। ਹਾਂ, ਗਲਤੀ ਵਾਲੇ ਆਪਾਂ ਗਲਤੀ ਫੜੀ ਉਹਨਾਂ ਦੀ, ਫੜੀ ਲੱਭ ਨਹੀਂ ਸਕਦੇ ਜੀ। ਇੱਕ ਆ ਗਿਆ ਆਪਣੇ ਗਵਾਲੀਅਰ ਸਟੇਟ ਦਾ ਵੀ ਹਾਲ ਉਹੀ ਸੀਗਾ ਜੀ। ਅੰਗਰੇਜ਼ਾਂ ਦੇ ਪੋਸਟ ਕਾਰਡ ਨੇ ਤੇ ਸਿੰਧੀਆ ਵੰਸ਼ ਦਾ ਜ਼ਿਆਦਾ ਰਿਹਾ ਕਬਜ਼ਾ ਇੱਥੇ। ਹਾਂਜੀ ਜੀ। ਇਹ ਉਹਨਾਂ ਦਾ ਲੋਗੋ ਹੈ ਜੀ, 2 ਸੱਪ ਗੱਭੇ ਸੂਰਜ। 2 ਸੱਪ ਗੱਭੇ ਸੂਰਜ, ਤੇ ਉੱਪਰ ਲਿਖਿਆ ਹੈ ਗਵਾਲੀਅਰ ਸਟੇਟ। ਗਵਾਲੀਅਰ ਇੰਗਲਿਸ਼ 'ਚ ਵੀ ਹੈ ਔਰ ਹਿੰਦੀ 'ਚ ਵੀ ਹੈ। ਬਿਲਕੁਲ, ਇਹਨਾਂ ਨੇ ਅੰਗਰੇਜ਼ਾਂ ਨਾਲ ਚੰਗੀ ਬਣਾ ਕੇ ਰੱਖੀ ਸੀ। ਹਾਂਜੀ। ਥੋੜੀ ਘਣੀ ਬਗਾਵਤ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਦਾ ਵਸ ਚੱਲਿਆ ਨਹੀਂ। ਪਰ ਇਹਨਾਂ ਨੇ ਫਿਰ ਵੀ ਕਾਫੀ ਲੰਮਾ ਸਮਾਂ ਤੱਕ ਅੰਗਰੇਜ਼ਾਂ ਦੇ ਅਧੀਨ ਰਹਿ ਕੇ ਰਾਜ ਭਾਗ ਕੀਤਾ ਉੱਥੇ। ਬਿਲਕੁਲ। ਇਹ ਦੇਖਣ ਵਾਲੀ ਗੱਲ ਇਹ ਹੈ ਜੀ ਕਿ ਵਿਕਟੋਰੀਆ ਕੁਈਨ ਦਾ ਵੀ ਪੋਸਟ ਕਾਰਡ ਹੈਗਾ, ਇਹਦੇ 'ਚ ਜਾਰਜ ਦਾ ਵੀ ਹੈਗਾ ਜੀ, ਇਹਦੇ 'ਚ ਐਡਵਰਡ ਦਾ ਵੀ ਹੈਗਾ ਜੀ, ਜਾਰਜ 5th ਦਾ, ਜਾਰਜ 6 ਦਾ, 5th ਦਾ। ਇਹ ਸਾਰੇ ਮੈਨੇ ਜਿਹੜੇ ਵੀ ਅਵੇਲੇਬਲ ਸੀਗੇ ਉਸ ਟਾਈਮ ਜੀ। ਕੱਲ ਨੂੰ ਇਹ ਨਾ ਕਹਿ ਦੇਵੇ ਕਿ ਜੀ ਕਦ ਤੋਂ ਕਦ ਤੱਕ ਚੱਲੇ, ਕਿ ਉਹਦਾ ਤਾਂ ਹੈ ਨਹੀਂ। ਮੈਨੇ ਸਾਰੇ ਲਾਏ ਨੇ ਇਹ, ਜੋ ਵੀ ਡਾਟਾ ਨੂੰ ਸੀਰੀਅਲ ਵਾਈਜ਼ ਕਰ ਲਿਆ। ਬਸ ਸੀਰੀਅਲ ਵਾਈਜ਼ ਕਰਕੇ ਨਹੀਂ, ਬਾਕਾਇਦਾ ਮੈਨੇ ਇੰਡੀਅਨ ਪੋਸਟ ਆਫਿਸ ਦੇ ਵਿੱਚੋਂ ਰਿਕਾਰਡ ਲਿਆ। ਅੱਛਾ। ਨਹੀਂ, ਕਿਹੜਾ ਚੱਲਿਆ, ਕਦੋਂ ਕੀਮਤ ਵਧੀ, ਕਦੋਂ ਉਹ 1 ਪੈਸੇ ਤੋਂ 2 ਪੈਸਿਆਂ ਦਾ ਹੋ ਗਿਆ, 3 ਪੈਸਿਆਂ ਦਾ ਹੋ ਗਿਆ, 1 ਆਨੇ ਦਾ ਹੋ ਗਿਆ, 1.25 ਆਨੇ ਦਾ ਹੋ ਗਿਆ, 1.5 ਆਨੇ ਦਾ ਹੋ ਗਿਆ ਜੀ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਹੈ ਕਿ ਉਹਦੀ ਕੀਮਤ ਵੱਧ ਗਈ ਜੀ। ਕੀਮਤ ਯਾਨੀ ਕਿ 1.25 ਆਨਾ ਹੋ ਗਈ। ਕਾਰਡ ਜਿਹੜੇ ਪ੍ਰਿੰਟ ਹੋਏ ਨੇ 1 ਆਨੇ ਵਾਲੇ ਨੇ ਜੀ। 1 ਆਨੇ ਦੇ ਕਾਰਡ ਦੇ ਉੱਪਰ ਜਿਹੜੇ ਉਹ ਸਵਾਈ ਹੈ, ਜਿਹੜਾ 1.25 ਆਨੇ ਦਾ ਹੋ ਗਿਆ, ਉਹਦੀ ਫਾਲਤੂ ਟਿਕਟ ਲੱਗਦੀ ਸੀਗੀ। ਉਹ ਵੀ ਅੰਗਰੇਜ਼ਾਂ ਦੀ ਲੱਗਦੀ ਸੀਗੀ। ਟਿਕਟ ਲਾ ਕੇ ਰੁਪਈਏ ਲੈ ਲੈਂਦੇ, ਟਿਕਟ ਲਾ ਕੇ ਉਹ ਉਹਨੇ ਪੈਸੇ ਲੈ ਲੈਂਦੇ ਸੀ। ਇਹਦੇ ਵਿੱਚੋਂ ਇੱਕ ਸਵਾਲ ਹੋਰ ਆ ਵੀ ਉਸ ਸਮੇਂ ਦਾ ਡਾਕ ਸਿਸਟਮ ਕਿਵੇਂ ਸੀ? ਡਾਕ ਸਿਸਟਮ ਤੁਹਾਡੀ ਨਜ਼ਰ ਦੇ ਵਿੱਚ, ਤੁਸੀਂ ਸਰਵੇਖਣ ਕੀਤਾ ਇਹਦਾ? ਵਧੀਆ ਸੀਗਾ ਜੀ, ਬਹੁਤ ਵਧੀਆ ਸਿਸਟਮ ਸੀਗਾ ਤੇ ਇਸ ਹਿਸਾਬ ਨਾਲ ਹੀ ਚੱਲਦਾ ਸੀਗਾ। ਹਾਂ, ਟਾਈਮ ਜ਼ਰੂਰ ਵੱਧ ਲੱਗਦਾ ਕਿਉਂਕਿ ਸਾਧਨ ਘੱਟ ਸੀ। ਸਾਧਨ ਘੱਟ ਹੋਣ ਕਰਕੇ ਟਾਈਮ ਲੱਗ ਜਾਂਦਾ ਸੀਗਾ, ਮਗਰ ਸਿਸਟਮ ਬੜਾ ਵਧੀਆ ਚੱਲਦਾ ਸੀਗਾ। ਜਿੰਨਾ ਵੀ ਜੋ ਵੀ ਸੀਗਾ ਪ੍ਰੋਪਰ ਸੀ, ਇੱਕ ਰੂਲ ਸੀ, ਪ੍ਰੋਪਰ ਸੀਗਾ ਜੀ। ਤੇ ਇਹ ਸੀਗਾ ਗਵਾਲੀਅਰ ਸਟੇਟ ਦੇ, ਹਨਾ, ਤੇ ਕੁਝ ਪਟਿਆਲੇ ਦੇ ਇਰਰ ਜੋ ਉਹਨਾਂ ਨੇ ਗਲਤ ਕੀਤਾ ਕੁਝ। ਤੇ ਗਵਾਲੀਅਰ ਦਾ ਮੈਂ ਤੁਹਾਨੂੰ ਕਾਫੀ ਕੁਝ ਦਿਖਾਉਣਾ ਚਾਹੁੰਦਾ ਜੀ। ਹਾਂਜੀ, ਦੱਸੋ ਜੀ, ਦੱਸੋ ਕਿਹੜਾ ਚੱਕੀ ਹੁਣ ਆਪਾਂ ਅੱਗੇ? ਆਪਾਂ ਜੀ ਗਵਾਲੀਅਰ ਸਟੇਟ ਦਾ ਨਹੀਂ, ਇੱਕ ਹੋ ਆ ਪਿਆ। ਅੱਛਾ ਜੀ, ਆ ਗਵਾਲੀਅਰ ਦਾ ਹੋ ਗਿਆ। ਆ ਲਓ ਤੁਸੀਂ। ਹਾਂਜੀ। ਉਸ ਟਾਈਮ ਵਪਾਰੀ ਵਰਗ ਨੇ ਆਪਣੇ ਪੋਸਟ ਕਾਰਡ ਛਪਾ ਲਏ ਸੀਗੇ ਜੀ। ਅੱਛਾ, ਦੇਖੋ ਇਹ ਭਾਰਤ ਦੇ ਝੰਡੇ ਹਾਂਜੀ ਅਧੀਨ ਆ ਗਿਆ ਫਿਰ ਉਹ ਨਾ? ਨਹੀਂ,
ਦੌਰ ਉਹੀ ਹੈ। ਇਹ ਧਾਰਮਿਕ ਪੋਸਟ ਕਾਰਡ ਕਹਿ ਦਿੰਦੇ ਆ ਇਹਨਾਂ ਨੂੰ। ਆ ਦੇਖੋ ਜਿਸ ਤਰ੍ਹਾਂ ਆਹ ਧਾਰਮਿਕ ਮੂਰਤੀਆਂ ਨੇ ਜੀ। ਜਿਹੜਾ ਵਪਾਰੀ ਜਿਸ ਧਰਮ ਨੂੰ ਮੰਨਦਾ ਸੀਗਾ ਉਹ ਆਪਣੇ ਉਸ ਤਰ੍ਹਾਂ ਦੇ ਪੋਸਟ ਕਾਰਡ ਛਪਾ ਲੈਂਦਾ ਸੀਗਾ। ਦੇਵੀ ਦੇਵਤਿਆਂ ਦੀ ਉਸ ਤਰ੍ਹਾਂ ਦੀ ਫੋਟੋ ਲਾ ਲੈਂਦਾ। ਇਹ ਤੁਹਾਨੂੰ ਗਣੇਸ਼ ਦੇ ਵੀ ਮਿਲਣਗੇ, ਲక్ష్ਮੀ ਦੇ ਵੀ ਮਿਲਣਗੇ, ਸ਼ਿਵ ਜੀ ਦੇ ਵੀ ਮਿਲਣਗੇ। ਇਹ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਪੋਸਟ ਕਾਰਡ ਦੇਖੋ, ਲక్ష్ਮੀ ਗਣੇਸ਼ ਇਕੱਠੇ ਵੀ ਮਿਲਣਗੇ। ਕੀ ਇਹਨਾਂ ਤੇ ਬੈਨ ਨਹੀਂ ਸੀਗਾ ਅੰਗਰੇਜ਼ ਗਵਰਨਮੈਂਟ ਵੱਲੋਂ? ਇਹ ਇਸ ਕਰਕੇ ਬੈਨ ਨਹੀਂ ਸੀਗਾ ਕਿਉਂਕਿ ਪੋਸਟ ਕਾਰਡ ਆਪਣਾ ਛਪਾ ਕੇ ਜਦੋਂ ਉਸ ਨੂੰ ਪੋਸਟ ਕਾਰਡ ਨੂੰ ਇਹ ਭੇਜਦੇ ਸੀਗੇ ਤਾਂ ਅੰਗਰੇਜ਼ਾਂ ਦੀਆਂ ਉਨੇ ਪੈਸੇ ਦੀਆਂ ਟਿਕਟਾਂ ਲਾ ਦਿੰਦੇ ਸੀਗੇ। ਉਹਨਾਂ ਨੂੰ ਆਮਦਨ ਨਹੀਂ ਬਣੀ ਰਹੀ, ਉਹ ਵੈਲਿਡ ਹੋ ਗਿਆ। ਇਸ ਕਰਕੇ ਅਨਵੈਲਿਡ ਤਾਂ ਹੈ ਨਹੀਂ, ਵੈਲਿਡ ਹੋ ਗਿਆ ਉਹ। ਇਹ ਫਿਰ ਧਾਰਮਿਕ ਚਿੰਨ੍ਹਾਂ ਵਾਲੇ ਇਹਨਾਂ ਨੂੰ ਧਾਰਮਿਕ ਪੋਸਟ ਕਾਰਡ, ਫੋਟੋ ਪੋਸਟ ਕਾਰਡ ਵੀ ਕਹਿ ਦਿੰਦੇ ਆ ਜੀ। ਇਹ ਫਿਰ ਉਹ ਵਪਾਰੀ ਵਰਗ ਦੇ ਆਪਣੇ ਛਪਾਏ ਹੋਏ। ਇਹ ਕਿਹੜੀ ਰਿਆਸਤ ਆ ਗਈ ਜੀ? ਇਹ ਕਿੱਥੇ ਲੱਗਿਆ? ਪ੍ਰਾਈਵੇਟ ਇਸ਼ੂ ਬ੍ਰਿਟਿਸ਼ ਇੰਡੀਆ ਪੀਰੀਅਡ ਪੋਸਟ ਕਾਰਡ। ਪ੍ਰਾਈਵੇਟ ਜਿਹੜੇ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਦੇ ਪਿਕਚਰ ਪੋਸਟ ਕਾਰਡ, ਔਨ ਪੋਸਟ ਕਾਰਡਾਂ ਦੇ ਉੱਤੇ ਜਿਹੜਾ ਪਿਕਚਰ ਮਿਲਦੀਆਂ, ਜਿਵੇਂ ਆ ਤਿਰੰਗੇ ਦੀ ਫੋਟੋ ਆ। ਹਾਂਜੀ, ਇਹ ਤਾਂ ਬੈਨ ਕੀਤਾ ਹੋ ਉਹਨਾਂ ਨੇ ਕਿ ਵੀ ਤੁਸੀਂ ਤਿਰੰਗਾ ਲਾ ਕੇ ਕਿਵੇਂ ਘੁੰਮ ਸਕਦੇ? ਇਹ ਕਾਰਡ ਹੈ ਜਿਹੜਾ ਇਹ ਆਪਣਾ 47 ਤੋਂ ਬਾਅਦ ਦਾ ਹੋ ਸਕਦਾ। ਬਾਅਦ ਦਾ, ਠੀਕ ਆ। ਇਹ ਬਾਕੀ ਦੇ ਜਿਹੜੇ ਨੇ ਉਹ ਸਾਰੇ ਪਹਿਲਾਂ ਦੇ ਨੇ। ਧਾਰਮਿਕ ਚਿੰਨ੍ਹਾਂ ਤੋਂ ਉਹਨਾਂ ਨੂੰ ਬਾਹਲੀ ਪਾਬੰਦੀ ਨਹੀਂ ਸੀ? ਨਹੀਂ, ਉਹ ਆਪਣੇ ਕਿਉਂਕਿ ਉਸ ਨੂੰ ਮੰਨਦਾ ਉਹ, ਇਸ ਕਰਕੇ ਉਹ ਛੁਪਾ ਸਕਦਾ। ਉਹਦਾ ਟੈਕਸ ਬਕਾਇਦਾ ਅਦਾ ਕਰਦੇ ਸੀ ਉਹ ਨਾ। ਹਾਂਜੀ ਬਿਲਕੁਲ। ਫਿਰ ਇਹ ਹੈ ਕਿ ਪੋਸਟ ਕਾਰਡ ਆਪ ਮੁਹਾਰੇ ਛੁਪਾ ਕੇ ਉੱਦਾਂ ਹੀ ਨਹੀਂ ਪਾਉਂਦੇ ਸੀਗੇ। ਬਾਕਾਇਦਾ ਅੰਗਰੇਜ਼ਾਂ ਦੀਆਂ ਸਟੈਂਪਾਂ, ਅੰਗਰੇਜ਼ਾਂ ਦੀਆਂ ਟਿਕਟਾਂ ਉਨੀ ਕੀਮਤ ਦੀਆਂ ਲੱਗਦੀਆਂ ਸੀਗੀਆਂ, ਤਦ ਪੋਸਟ ਕਾਰਡ ਅੱਗੇ ਜਾਂਦਾ। ਉਹਨਾਂ ਦੀ ਮਨਜ਼ੂਰੀ ਤਹਿਤ ਹੀ ਚੱਲਦੇ ਸੀ। ਹਾਂਜੀ। ਦੇਖੋ ਵੀ ਆਹ ਪੋਸਟ ਕਾਰਡ ਸੀ ਉਸ ਸਮੇਂ ਦੇ ਪ੍ਰਾਈਵੇਟ ਲੋਕਾਂ ਦੁਆਰਾ ਆਪਦੇ ਦੇਵੀ ਦੇਵਤਿਆਂ ਦੇ ਜਾਂ ਧਾਰਮਿਕ ਸਿੰਬਲਸ ਨੂੰ ਹਨਾ ਉਹਨਾਂ ਨੇ ਰਿਪਰੈਜ਼ੈਂਟ ਕਰਕੇ ਕੀਤਾ। ਨਹੀਂ, ਉਹਨੇ ਫਰਮਾਂ ਦੇ ਨਾਮ ਵੀ ਆਪਣੇ ਲਿਖੇ ਨੇ ਨਾ ਉੱਪਰ ਜੀ। ਤੇ ਪੋਸਟ ਕਾਰਡ ਤੋਂ ਜਿਹੜੀ ਪਾਰਟੀ ਨੂੰ ਭੇਜਣਾ ਉਹਨੂੰ ਪਤਾ ਲੱਗ ਜਾਵੇ ਕਿਹੜੀ ਪਾਰਟੀ ਦਾ ਪੋਸਟ ਕਾਰਡ ਆਇਆ। ਸਹੀ ਆ। ਤੇ ਉਹਨਾਂ ਦੇ ਵਪਾਰੀਆਂ ਦੇ ਜਿਹੜੀਆਂ ਅੱਗੇ ਪਾਰਟੀਆਂ ਨੇ ਜਿਨ੍ਹਾਂ ਨਾਲ ਉਹਨਾਂ ਦਾ ਲੈਣ ਦੇਣ ਚੱਲਦਾ ਉਹਨਾਂ ਨੂੰ ਹੀ ਪਾਉਂਦੇ ਨੇ ਨਾ। ਹਾਂ ਬਿਲਕੁਲ। ਇਸ ਕਰਕੇ ਆਪਣੀਆਂ ਫਰਮਾਂ ਦੇ ਨਾਮ ਵੀ ਉੱਪਰ ਪ੍ਰਿੰਟ ਕਰਾਏ ਨੇ ਉਹਨਾਂ ਨੇ। ਬਿਲਕੁਲ। ਧੰਨਾ ਲਾਲ, ਹਾਂਜੀ ਹਨਾ, ਚੁੰਨੀ ਲਾਲ ਲਿਖਿਆ। ਹਾਂਜੀ, ਧੰਨਾ ਲਾਲ, ਚੁੰਨੀ ਲਾਲ ਵਪਾਰੀ ਹੋਣਗੇ ਉਸ ਸਮੇਂ ਦੇ ਹਨਾ। ਹਾਂਜੀ ਬਿਲਕੁਲ। ਤੇ ਮਤਲਬ ਕਹਿਣ ਦਾ ਇਹ ਹੈ ਵੀ ਮੈਂ ਕੋਸ਼ਿਸ਼ ਇਹ ਕੀਤੀ ਹੈ ਕਿ ਕੋਈ ਚੀਜ਼ ਰਹਿ ਨਾ ਜਾਵੇ ਜੀ। ਇੱਕ ਹੋਰ ਤੁਹਾਨੂੰ ਮੈਂ ਦਿਖਾਊਂਗਾ ਇਹਦੇ 'ਚ ਵਧੀਆ ਚੀਜ਼ ਹੈ ਜਿਹੜੀ ਉਹ ਅੱਗੇ ਆਏਗੀ, ਉਹ ਤੁਹਾਨੂੰ ਮੈਂ ਦਿਖਾਉਣਾ। ਹਾਂਜੀ, ਇੱਕ ਆ ਪਿਆ ਜੀ। ਨਹੀਂ, ਜਿਹੜੀ ਹੋਰ ਇੱਕ ਇੰਪੋਰਟੈਂਟ ਆ ਗਿਆ। ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਵਪਾਰੀਆਂ ਦੇ ਜਿਹੜੇ ਆਪਣੇ ਉਹਨਾਂ ਨੇ ਧਾਰਮਿਕ ਚਿੰਨ੍ਹ ਲਾਏ ਹੋਏ ਨੇ ਜੀ। ਇਹ ਜਿਹੜਾ ਡੁਪਲੀਕੇਸੀ ਦਾ ਜ਼ਮਾਨਾ ਹੈ ਉਹ ਅੱਜ ਹੀ ਨਹੀਂ ਹੋਇਆ ਸ਼ੁਰੂ, ਉਸ ਟਾਈਮ ਵੀ ਚੱਲਦਾ ਸੀਗਾ। ਪਾਇਰੇਸੀ ਜਿਹਨੂੰ ਕਹਿ ਦਿੰਦੇ ਜੀ। ਪਾਰਟੀਆਂ ਦੀ ਜਿਹੜੀ ਡੁਪਲੀਕੇਟ ਪਾਰਟੀ ਖੜੀ ਹੋ ਜਾਣੀ ਹੈ ਜੀ। ਅੱਜ ਕੱਲ੍ਹ ਡੁਪਲੀਕੇਟ ਚੀਜ਼ਾਂ ਆਉਂਦੀਆਂ ਨੇ, ਇੱਕ ਕੰਪਨੀ ਦੇ ਨਾਮ ਤੇ ਦੂਜੀਆਂ ਡੁਪਲੀਕੇਟ ਕੰਪਨੀਆਂ ਦਾ ਸਮਾਨ ਆਉਣ ਲੱਗ ਜਾਂਦਾ ਜੀ। ਤੇ ਉਸ ਟਾਈਮ ਵੀ ਚੱਲਦਾ ਸੀਗਾ। ਅੱਛਾ ਜੀ। ਉਸ ਟਾਈਮ ਦਾ ਫਿਰ ਉਹ ਵਪਾਰੀ ਜਿਹੜੇ ਵੱਡੇ ਵਪਾਰੀ ਸੀਗੇ ਉਹਨਾਂ ਨੇ ਕੀ ਕੰਮ ਕਰਿਆ ਸੀਗਾ, ਉਹ ਆਪਣੇ ਕਿਸੇ ਬਜ਼ੁਰਗ ਦੀ ਫੋਟੋ ਛਪਾ ਦਿੰਦੇ ਸੀਗੇ ਉੱਤੇ ਕਾਰਡ ਦੇ ਉੱਤੇ। ਫੋਟੋ ਛਪਾ ਕੇ ਵੀ ਪਾਰਟੀ ਨੂੰ ਇਹ ਪਤਾ ਲੱਗੇ ਕਿ ਉਸੇ ਪਾਰਟੀ ਦਾ ਫੋਨ ਹੈ, ਕੋਈ ਹੋਰ ਡੁਪਲੀਕੇਟ ਪਾਰਟੀ ਨਹੀਂ ਹੈਗੀ। ਇਹਦੇ ਨਾਲੇ ਤਾਂ ਉਹ ਜਿਹੜੇ ਆਪਣੇ ਬਜ਼ੁਰਗ ਸੀਗੇ ਉਹਨਾਂ ਦੀ ਯਾਦ ਤਾਜ਼ਾ ਹੋ ਜਾਂਦੀ ਸੀ, ਸ਼ਰਧਾਂਜਲੀ ਦੇ ਦਿੰਦੇ ਸੀਗੇ। ਨਾਲੇ ਉਹ ਫਿਰ ਫੋਟੋ ਉਹਨਾਂ ਦੀ ਇਹਦੇ ਦੇ ਕਾਰਡ ਤੇ ਲਾ ਕੇ ਉਹ ਵਪਾਰੀਆਂ ਨੂੰ ਪਤਾ ਲੱਗਦਾ ਸੀਗਾ ਜੀ। ਤੇ ਇੱਥੇ ਰੱਖ। ਅੱਛਾ, ਇਹ ਜਿਹੜੇ ਪੋਸਟ ਕਾਰਡ ਨੇ ਇਹ ਦੇਖੋ, ਪਿਕਚਰ ਪੋਸਟ ਕਾਰਡ ਬ੍ਰਿਟਿਸ਼ ਇੰਡੀਆ ਪੀਰੀਅਡ ਐਂਡ ਪ੍ਰਾਈਵੇਟ ਇਸ਼ੂ ਜੀ। ਇਹ ਪ੍ਰਾਈਵੇਟ ਲੋਕਾਂ ਦੇ ਆਪਣੇ ਪ੍ਰਿੰਟ ਕਰਾਏ ਹੋਏ ਨੇ। ਪ੍ਰਿੰਟ ਕਰਾ ਕੇ ਆਹ ਦੇਖੋ, ਇੰਡੀਆ ਜਦੋਂ ਆਜ਼ਾਦ ਹੋ ਗਿਆ ਭਾਰਤ ਦੇ ਟਾਈਮ ਦਾ ਜੀ। ਇਹ ਇੰਡੀਆ ਦਾ ਅਸ਼ੋਕਾ ਲੱਗਿਆ ਹੋਇਆ ਜੀ, ਅੰਗਰੇਜ਼ਾਂ ਦੇ ਦੌਰ ਦਾ, ਨਾਲ ਵਪਾਰੀਆਂ ਦੀ ਫੋਟੋ। ਆਹ ਦੇਖੋ, ਜਿਵੇਂ ਮੀਡੀਆ 'ਚ ਮਸਾਲੇ ਤੇ ਆਉਂਦੀ ਹੁੰਦੀ ਆ ਉਹਦੀ। ਹਾਂ ਬਿਲਕੁਲ ਉਹੀ ਚੀਜ਼ ਹੈ ਜੀ। ਇਹ ਪਿਕਚਰ ਪੋਸਟ ਕਾਰਡ ਇਹਨੂੰ ਕਿਹਾ ਜਾਂਦਾ ਜੀ। ਠੀਕ ਹੈ। ਇਹ ਬਹੁਤ ਰੇਅਰ ਹੁੰਦੇ ਨੇ ਜੀ, ਬਹੁਤ ਘੱਟ ਮਿਲਦੇ ਨੇ ਕਿਉਂਕਿ ਇਹ ਹਰ ਇੱਕ ਵਪਾਰੀ ਨੇ ਕਿਸੇ ਵਪਾਰੀ ਦੇ ਸੀਗੇ ਜੀ। ਇਸ ਕਰਕੇ ਇਹਨਾਂ ਨੂੰ ਰੇਅਰ ਹੈ, ਮੈਂ ਤਾਂ ਇਸ ਕਰਕੇ ਅਲੱਗ ਲਾਏ ਹੋਏ ਨੇ ਜੀ। ਬਿਲਕੁਲ। ਇਧਰਲੀ ਸਾਈਡ ਇਹ ਆ ਗਿਆ ਜੀ। ਫਿਰ ਇੰਡੀਆ ਦੇ ਪੋਸਟ ਕਾਰਡ ਆ ਗਏ। ਵੈਸੇ ਇਹਦੇ ਨਾਲ ਲੱਗ ਗਏ, ਹਜੇ ਇਹਨਾਂ ਦਾ ਟਾਈਮ ਨਹੀਂ ਆਇਆ ਸੀ ਜੀ। ਇਹ ਹੈ ਜੀ ਇੰਡੀਆ ਫਿਲੈਟਲਿਕ ਐਗਜ਼ੀਬਿਸ਼ਨ ਦਿੱਲੀ ਜੀ। ਇਹ 1999 ਦੇ ਵਿੱਚ ਲੱਗੀ ਸੀਗੀ ਜੀ। ਉਸ ਟਾਈਮ ਉਸ ਮੌਕੇ ਤੇ ਇਹਨਾਂ ਨੇ ਆਹ ਪੋਸਟ ਕਾਰਡ ਉਹਦੀ ਯਾਦ ਦੇ ਵਿੱਚ ਕੱਢੇ ਸੀਗੇ, ਉਸ ਟਾਈਮ ਇਸ਼ੂ ਕੀਤੇ ਸੀਗੇ ਜੀ। ਇਹ ਬਾਈ 에ਅਰ ਮੇਲ ਹੈ,
4 ਰੁਪਏ ਦੀ ਕੀਮਤ ਰੱਖੀ ਗਈ ਸੀਗੀ। ਕੀਮਤ ਵੱਧ ਗਈ ਸੀ? ਕੀਮਤ ਨਹੀਂ, ਇਹ ਸਪੈਸ਼ਲ ਇਹਨਾਂ ਦੀ। ਅੱਛਾ, ਇਹਨਾਂ ਦੀ, ਕਿਉਂਕਿ ਬਾਈ 에ਅਰ ਮੇਲ ਹੈ ਨਾ, ਹਵਾਈ ਜਹਾਜ਼ ਦੇ ਜ਼ਰੀਏ ਜਾਣ ਵਾਲੇ ਨੇ, ਸਿੱਧੀ ਪਹੁੰਚਦੇ ਸੀ ਇਹ। ਇਸ ਕਰਕੇ ਫਿਰ ਇਹ 4 ਰੁਪਏ ਦਾ। ਔਰ ਇੰਡੀਆ ਦੀਆਂ ਜਿਹੜੀਆਂ ਮੁੱਖ ਇਮਾਰਤਾਂ ਨੇ, ਮੋਨੂਮੈਂਟਸ ਵਗੈਰਾ, ਹਾਂ, ਉਹਨਾਂ ਦੀਆਂ ਇਹਨਾਂ ਤੇ ਫੋਟੋਆਂ ਨੇ ਜੀ। ਬਿਲਕੁਲ ਠੀਕ ਆ। ਤੇ ਆਹ ਜਿਹੜੇ ਪੋਸਟ ਕਾਰਡ ਤੁਸੀਂ ਦੇਖ ਰਹੇ ਹੋ, ਇਹ ਬੀਮਾ ਕੰਪਨੀ ਦੇ ਆਪਣੇ ਛਪਾਏ ਹੋਏ ਪੋਸਟ ਕਾਰਡ ਨੇ ਜੀ। ਅੱਛਾ ਜੀ। ਤੇ ਇਹ ਉਹਨਾਂ ਦੇ ਆਪਣੇ ਚੱਲਦੇ ਸੀਗੇ, ਇਸ ਕਰਕੇ ਇਹ ਵੀ ਲਾਏ ਨੇ ਮੈਨੇ ਕਿ ਕੋਈ ਕੱਲ ਇਹ ਕਹੇ ਕਿ ਬੀਮਾ ਕੰਪਨੀ ਦੇ ਪੋਸਟ ਕਾਰਡ ਨੇ ਜੀ, ਕਿਉਂਕਿ ਇਹ ਘਰ ਘਰ ਜਾਂਦੇ ਨੇ, ਉਹ ਇਹੀ ਪੋਸਟ ਕਾਰਡ ਪਾਉਂਦੇ ਨੇ, ਇਸ ਕਰਕੇ ਇਹ ਵੀ ਦਿਖਾਏ ਹੋਏ ਨੇ ਬੀਮਾ ਕੰਪਨੀ ਦੇ। ਠੀਕ ਆ ਜੀ, ਇਹ ਰੱਖ ਦਈਏ ਹੁਣ ਆਪਾਂ। ਇੱਕ ਆ ਪਿਆ ਜਾਂ ਬਾਅਦ ਚ ਇਹ ਵੀ ਦਿਖਾਣੇ ਆ ਜੀ, ਇਹ ਵੀ ਦਿਖਾਉਣੇ ਆ ਜੀ। ਹਾਂਜੀ, ਆ ਹੋ ਗਿਆ। ਇਹ ਕੀ ਆ? ਇਹ ਜਿਹੜੇ ਪੋਸਟ ਕਾਰਡ ਨੇ ਜੀ, ਖਾਸ ਤੌਰ ਤੇ ਇਹਨਾਂ ਬਾਰੇ ਦੱਸਾਂਗਾ। ਇਹ ਲਿਖਿਆ ਹੋਇਆ ਜੀ ਆਜ਼ਾਦ ਹਿੰਦ ਉਰਦੂ ਵੀਕਲੀ। ਉਸ ਟਾਈਮ ਇੱਕ ਅਖਬਾਰ ਨਿਕਲਦਾ ਸੀਗਾ ਜੀ, ਦਿੱਲੀ ਤੋਂ, ਬੱਲੀ ਮਾਰਾਨ ਦਿੱਲੀ। ਇਹ 1945 ਦਾ ਜੀ, 5 ਹਟਿਆ ਹੋਇਆ। 5, ਹਾਂ ਜੀ, 1945 ਦਾ। ਉਹ ਅਖਬਾਰ ਵਾਲਿਆਂ ਨੇ ਆਪਣੇ ਪ੍ਰਿੰਟ ਕਰਾਏ ਹੋਏ ਨੇ ਇਹ, ਤੇ ਉਹਨਾਂ ਨੇ ਕਿਸੇ ਨੂੰ ਭੇਜਣਾ, ਇਹਦੇ ਤੇ ਟਿਕਟਾਂ ਲਾਉਂਦੇ ਸੀਗੇ, ਭੇਜ ਦਿੰਦੇ ਸੀਗੇ। ਮਤਲਬ ਮੈਂ ਉਹ ਵੀ ਪ੍ਰਾਈਵੇਟ, ਮੈਨੂੰ ਹੱਥ ਲੱਗਿਆ, ਉਹ ਵੀ ਮੈਨੇ ਲਾਇਆ ਹੈ ਆਜ਼ਾਦ ਹਿੰਦ ਉਰਦੂ ਵੀਕਲੀ, ਦਿੱਲੀ ਤੋਂ ਛਪਣ ਵਾਲੇ ਅਖਬਾਰ ਦਾ ਹੈ ਜੀ। ਬਿਲਕੁਲ। ਤੇ ਇਸ ਤਰ੍ਹਾਂ ਹੁਣ ਆਹ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਦੱਸਣ ਵਾਲਾ ਜੀ ਮੈਂ ਤੁਹਾਨੂੰ ਜੀ। ਈਸਟ ਇੰਡੀਆ ਪੋਸਟ ਕਾਰਡ ਤੁਸੀਂ ਦਰਸ਼ਕਾਂ ਨੂੰ ਜਿੱਦਾਂ ਮਰਜ਼ੀ ਆਪਣੇ ਡੀਲ ਕਰੋ ਜੀ। ਤੇ ਇਹਦੇ ਬਾਰੇ ਖਾਸ ਤੌਰ ਤੇ ਇਹ ਹੈ ਕਿ ਜਿਹੜਾ ਪਹਿਲਾ ਪੋਸਟ ਕਾਰਡ ਚੱਲਿਆ ਉਹ 1879 ਚ ਚੱਲਿਆ ਜੀ। ਜਦੋਂ 100 ਸਾਲ ਹੋ ਗਏ, 1879 ਤੋਂ 1979 ਹੋ ਗਿਆ, ਜਦੋਂ 100 ਸਾਲ ਹੋ ਗਿਆ ਤਾਂ ਪੋਸਟ ਕਾਰਡ ਚੱਲਣ ਦੀ ਸੈਂਚਰੀ ਮਨਾਈ ਗਈ। ਇਹ ਕਿਹਨੇ ਮਨਾਈ ਸੀ? ਇੰਡੀਆ, ਆਪਣੀ ਗਵਰਨਮੈਂਟ ਨੇ, ਆਜ਼ਾਦ ਭਾਰਤ ਨੇ। ਉਸ ਟਾਈਮ ਫਿਰ ਉਹਨਾਂ ਨੇ ਆਹ ਪੋਸਟ ਕਾਰਡ ਚਲਾਇਆ 100 ਸਾਲ ਬਾਅਦ, ਇੰਡੀਆ ਗਵਰਨਮੈਂਟ ਨੇ, ਆਪਣੀ ਸਰਕਾਰ ਨੇ। 15 ਪੈਸੇ ਦੀ ਕੀਮਤ ਸੀਗੀ ਜੀ। ਸਪੈਸ਼ਲ ਪੋਸਟ ਕਾਰਡ ਚਲਾਇਆ, ਔਰ ਉਹਦੇ ਨਾਲ ਇੱਕ ਟਿਕਟ ਜਾਰੀ ਕੀਤੀ, 50 ਪੈਸਿਆਂ ਵਾਲੀ ਟਿਕਟ ਜੀ। ਇਹ ਕਿਹਦੇ ਨਾਂ ਤੇ ਜਾਰੀ ਕੀਤੀ ਸੀ? ਰਾਣੀ ਦੇ ਨਾਂ ਤੇ? ਨਹੀਂ, ਇਹਦੇ ਉੱਪਰ ਉਹਨਾਂ ਨੇ ਇਹ ਦਿਖਾਇਆ ਕਿ ਜਦੋਂ ਪਹਿਲਾ ਪੋਸਟ ਕਾਰਡ ਚੱਲਿਆ ਸੀਗਾ, ਉਹ ਪੋਸਟ ਕਾਰਡ ਦੀ ਫੋਟੋ, ਤੇ ਜਿਹੜਾ ਅੱਜ 100 ਸਾਲ ਬਾਅਦ ਅਸੀਂ ਚਲਾ ਰਹੇ ਹਾਂ ਉਸ ਪੋਸਟ ਕਾਰਡ ਦੀ ਫੋਟੋ, ਦੋਨੇ ਪੋਸਟ ਕਾਰਡਾਂ ਦੀਆਂ ਫੋਟੋਆਂ ਇਹਦੇ ਉੱਪਰ ਛਾਪੀਆਂ, ਉਹ ਟਿਕਟ ਜਾਰੀ ਕੀਤੀ। ਇੱਕ ਉਹਨਾਂ ਨੇ ਮਨਾਈ ਆ, ਉਹਨਾਂ ਦੀ ਉਹਦੀ ਸੈਂਚਰੀ ਮਨਾਈ, 100 ਸਾਲਾ ਯਾਦਗਾਰ ਮਨਾਈ। ਠੀਕ ਆ। ਇਹ ਜਦੋਂ ਪੋਸਟ ਕਾਰਡ ਚੱਲਦੇ ਨੂੰ 100 ਸਾਲ ਹੋ ਗਿਆ ਸੀਗਾ, ਉਦੋਂ ਇਹ ਪੋਸਟ ਕਾਰਡ ਕੱਢਿਆ ਤੇ ਇਹ ਟਿਕਟ ਕੱਢੀ ਉਹਦੇ ਜੀ। ਮਤਲਬ ਦੋਨੇ ਸਾਈਨ ਲਾਤੇ ਇਹਦੇ ਤੇ? ਦੋਨੇ ਲਾਤੇ ਜੀ। ਮੈਨੇ ਵੀ ਦੋਨੇ ਲਾਏ ਨੇ, ਪਹਿਲਾ ਪੋਸਟ ਕਾਰਡ ਵੀ ਲਾਤਾ ਤੇ 100 ਸਾਲ ਬਾਅਦ ਜਿਹੜਾ ਚੱਲਿਆ ਉਹ ਲਾਤਾ। ਮਤਲਬ ਪਹਿਲਾ ਵਾ ਆਖਿਰ, ਉਦੋਂ 100 ਸਾਲ ਬਾਅਦ ਵਾਲਾ ਜੀ। ਤੇ ਆ ਦੋਨਾਂ ਦਾ ਸਾਂਝਾ ਬਣਾ ਕੇ ਇਹਨਾਂ ਨੇ ਲਾਤਾ ਸੀ ਟਿਕਟ। ਹਾਂ, ਔਰ ਇਹ ਟਿਕਟ ਬਾਰੇ ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣਾ। ਬਿਲਕੁਲ ਨਹੀਂ ਪਤਾ ਨਹੀਂ ਹੋਣਾ, ਸਹੀ ਗੱਲ ਹੈ। ਇਸ ਕਰਕੇ ਫਿਰ ਮੈਂ ਇਹ ਟਿਕਟਾਂ ਵੀ ਨਾਲ ਲਾਈਆਂ। ਆ ਦੇਖੋ ਦਰਸ਼ਕੋ, ਗੌਰ ਕਰਿਓ, ਦੋਨੇ ਲੋਗੋ ਲੱਗੇ ਹੋਏ ਨੇ। ਉੱਤੇ ਰਾਣੀ ਦਾ ਲੋਗੋ ਆ, ਹਾਂਜੀ, ਥੱਲੇ ਇੰਡੀਆ ਦਾ। ਉਹ ਕਾਰਡ ਵੀ ਦਿਖਾ ਦਿਓ। ਹਾਂਜੀ, ਦੋਨੇ ਕਾਰਡ ਵੀ ਤੁਸੀਂ ਕਵਰ ਕਰ ਦੇਖ ਸਕਦੇ ਹੋ। ਆਹ ਪਹਿਲਾ ਕਾਰਡ ਸੀ, ਆ ਫਿਰ ਜੋ 100 ਸਾਲ ਹੋਇਆ ਫਿਰ ਆ ਆਇਆ, ਫਿਰ ਦੋਨਾਂ ਦਾ ਮਿਲਾ ਕੇ ਆ ਮੋਹਰਾਂ ਤਿਆਰ ਕੀਤੀਆਂ ਹਨ, ਸਟੈਂਪਸ, ਟਿਕਟ, ਹਾਂ, ਸਟੈਂਪ ਤਿਆਰ ਜੀ। ਠੀਕ ਹੈ ਜੀ। ਤੇ ਅਗਲਾ ਫਿਰ ਆਪਾਂ ਉਹਦੇ 'ਚ ਜਾਵਾਂਗੇ। ਹਾਂਜੀ, ਇਹ ਗਵਾਲੀਅਰ ਸਟੇਟ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਜੀ ਜੈਪੁਰ ਸਟੇਟ ਵੱਲ। ਹਾਂਜੀ, ਇਹ ਜੈਪੁਰ ਸਟੇਟ ਹੋ ਗਈ। ਜੈਪੁਰ ਸਟੇਟ ਦੀ ਇੱਕ ਖੂਬੀ ਹੈ ਵੀ ਹੁਣ ਤੱਕ ਜਿੰਨੇ ਵੀ ਆਪਾਂ ਪੋਸਟ ਕਾਰਡ ਦੇਖਦੇ ਆ ਰਹੇ ਹਾਂ, ਉਹਨਾਂ ਦੇ ਲੋਗੋ ਦੀ ਸਟੈਂਪ ਦੇਖਦੇ ਆ ਰਹੇ ਹਾਂ ਸਟੇਟ ਦੀ ਜੀ, ਉਸ ਰਿਆਸਤ ਦੀ ਜੀ। ਮਗਰ ਇਹ ਰਿਆਸਤ ਇਹੀ ਜੀ ਹੈ, ਇਹਦੇ ਆਪਣੇ ਪੋਸਟ ਕਾਰਡ ਨੇ। ਗਵਾਲੀਅਰ ਦੇ ਰਾਜੇ ਦੀ ਫੋਟੋ ਹੈ ਅੰਗਰੇਜ਼ ਦੀ ਜਗ੍ਹਾ ਜੀ। ਅੰਗਰੇਜ਼ ਦੇ ਲੋਗੋ ਦੀ ਜਗ੍ਹਾ ਗਵਾਲੀਅਰ ਦਾ, ਜੈਪੁਰ ਦਾ ਲੋਗੋ ਹੈ। ਜੈਪੁਰ ਦੇ ਰਾਜੇ ਦੀ ਫੋਟੋ ਹੈ, ਜੈਪੁਰ ਦਾ ਲੋਗੋ ਹੈ, ਔਰ ਉੱਪਰ ਲਿਖਿਆ ਹੋਇਆ ਵੀ ਜੈਪੁਰ ਸਟੇਟ ਪੋਸਟ ਕਾਰਡ। ਇਹ ਆਜ਼ਾਦ ਸੀ ਫਿਰ, ਇਹ ਮਤਲਬ ਹੈ ਨਾ, ਇਹਨੂੰ ਇਜਾਜ਼ਤ ਮਿਲੀ ਹੋਈ ਸੀ ਕਿ ਇਹ ਵੱਡੀ ਸਟੇਟ ਸੀ ਔਰ ਅੰਗਰੇਜ਼ਾਂ ਦੇ ਵੱਧ ਨੇੜੇ ਸੀਗਾ ਇਹ। ਇਸ ਕਰਕੇ ਇਹਨੂੰ ਆਪਣਾ ਛਾਪਣ ਦੀ ਇਜਾਜ਼ਤ ਮਿਲੀ ਹੋਈ ਸੀਗੀ। ਬਿਲਕੁਲ। ਆਪਣਾ ਵੀ ਇਹਨੇ ਕਿੰਨੇ ਕੁ ਤਰ੍ਹਾਂ ਦਾ ਛਾਪਿਆ ਉਹ ਦੇਖੋ ਜੀ। ਆਹ ਅਲੱਗ ਹੈ ਜੀ, ਇਹ ਵੀ ਜੈਪੁਰ ਦੇ ਰਾਜੇ ਦੀ ਫੋਟੋ ਹੈ ਜੀ। ਇਹ ਵੀ ਜੈਪੁਰ ਦੇ ਰਾਜੇ ਦੀ ਫੋਟੋ ਹੈ। ਇਹ ਫਿਰ ਨਾਲ ਟਿਕਟ ਲੱਗੀ ਹੋਈ ਹੈ ਜੈਪੁਰ ਦੇ ਰਾਜੇ ਦੀ, ਨਾਲ ਰਾਜੇ ਦੀ ਫੋਟੋ। ਹਾਂਜੀ, ਰਾਜੇ ਦੀ ਫੋਟੋ। ਪੋਸਟ ਕਾਰਡ ਰਾਜ ਸਵਾਈ ਜੈਪੁਰ, ਸਵਾਈ ਮਾਧੋਪੁਰ ਜਿੱਥੇ ਪੈਂਦਾ, ਮਾਧੋਪੁਰ ਪੈਂਦਾ ਹੈ, ਉਹ ਵੀ ਇਸੇ 'ਚ ਪੈਂਦਾ ਹੈ। ਫਿਰ ਆਹ ਦੇਖੋ, ਆਹ ਅਲੱਗ ਹੋ ਗਿਆ। ਇਹ ਵੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਛਪੇ, ਅਲੱਗ-ਅਲੱਗ ਤਰ੍ਹਾਂ ਦੇ ਕਲਰ 'ਚ ਛਪਿਆ। ਦੇਖੋ, ਆਹ ਕਲਰ ਹੋਰ ਹੈ, ਇਹ ਕਲਰ ਹੋਰ ਹੈ। ਮਤਲਬ ਇੰਨੀਆਂ ਬਰੀਕੀਆਂ ਦੇ ਵਿੱਚ ਜਾ ਕੇ ਇਕੱਠੇ ਕੀਤੇ ਨੇ ਕਿ ਸਟੇਟ ਦੇ ਇਕੱਠੇ ਕਰਨੇ ਹੁਣ ਜੈਪੁਰ ਸਟੇਟ 'ਚ ਕਿਵੇਂ ਹੋਣਗੇ? ਬਹੁਤ, ਬਿਲਕੁਲ ਜੀ। ਇਹ ਵੀ ਮੈਨੇ ਕੋਸ਼ਿਸ਼ ਕੀਤੀ ਹੈ ਕਿ ਉਹ ਹਰ ਤਰ੍ਹਾਂ ਦਾ ਪੋਸਟ ਕਾਰਡ। ਫਿਰ ਜੈਪੁਰੋਂ ਜਾ ਕੇ ਲਿਆਂਦੇ ਸੀ ਜਾਂ ਜੈਪੁਰ ਤੋਂ ਲਿਆਂਦੇ? ਰਾਜਸਥਾਨ ਦੇ ਮੈਂ ਵਪਾਰੀ ਉਹਨਾਂ ਕੋਲੇ, ਕਵਾੜੀਆਂ ਕੋਲੇ ਘੁੰਮਿਆ।
ਉਹਨਾਂ ਕੋਲੋਂ ਲਿੱਤੇ, ਕਿਉਂਕਿ ਕਬਾੜਖਾਨੇ 'ਚ ਲੋਕ ਵੇਚ ਜਾਂਦੇ ਨੇ, ਰੱਦੀ ਸਿੱਟੀ ਹੋਈ ਜਿੱਥੇ ਰੱਦੀ 'ਚ ਉਹਨਾਂ ਦੇ ਕਬਾੜਖਾਨੇ ਫਰੋਲੇ ਮੈਨੇ ਜਾ ਕੇ, ਰੱਦੀ ਦੇ ਵੱਡੇ ਵੱਡੇ ਗੋਦਾਮ ਫਰੋਲੇ ਉਹਨਾਂ ਦੇ, ਬੋਰਿਆਂ ਦੇ ਬੋਰੇ ਢੇਰੀ ਕਰਕੇ ਸਾਰਾ ਦਿਨ ਉਹਨਾਂ ਨੂੰ ਛਾਂਟਦਾ ਰਿਹਾ। ਕਿੰਨਾ ਕੁ ਖਰਚ ਆ ਗਿਆ ਹੋਊਗਾ ਮੰਨ ਕੇ ਮੋਟਾ ਜਿਹਾ? ਪੋਸਟ ਕਾਰਡ ਤਾਂ ਚਾਹੇ ਮਤਲਬ ਮਹਿੰਗੇ ਨਹੀਂ ਮਿਲੇ, ਪਹਿਲਾਂ ਆਣ ਜਾਣ ਦਾ ਖਰਚਾ ਹੀ ਲਾ ਲਓ ਤੁਸੀਂ। ਨਹੀਂ ਫਿਰ ਇੱਕ ਮੋਟਾ ਜਿਹਾ, ਚਲ ਪੋਸਟ ਕਾਰਡ ਤਾਂ ਸਸਤੇ ਮਿਲ ਗਏ ਹੋਣਗੇ ਜਾਂ ਰੱਦੀ ਚੋਂ ਮਿਲ ਗਏ? ਰੱਦੀ ਚੋਂ ਵੀ ਉਹ ਰੇਟ ਵੱਧ, ਜਦ ਚੀਜ਼ ਛਾਂਟ ਕੇ ਤੁਸੀਂ ਚੂਜ਼ ਕਰਕੇ ਲਾਓਗੇ ਤਾਂ ਕਬਾੜੀਆ ਵੀ ਵੱਧ ਪੈਸੇ ਲੈ, ਉਹ ਫਿਰ ਉਦੋਂ ਹਾਂ ਉਹ ਕਹਿੰਦਾ ਇਹਦੇ ਕੰਮ ਦੀ ਚੀਜ਼ ਹੈ, ਇਸ ਕਰਕੇ ਉਹਦੀ ਕੀਮਤ ਵਧਾ ਦੂਗਾ ਔਰ ਮੈਨੂੰ ਲੈਣੀ ਪੈਣੀ ਹੈ। ਤੇ ਕਿਰਾਇਆ ਭਾੜਾ ਵੀ ਲੋੜੇ ਦਾ ਲੱਗ ਗਿਆ ਹੋਊ? ਭਾੜਾ ਵੀ ਲੋੜੇ ਦਾ, ਜੇ ਅਗਰ ਮੈਨੂੰ 2 ਦਿਨ ਰਹਿਣਾ ਪੈ ਗਿਆ ਤਾਂ ਉੱਥੇ ਫਿਰ ਹੋਟਲ ਦਾ ਖਰਚਾ, ਮੇਰਾ ਖਾਣ ਪੀਣ ਦਾ ਖਰਚਾ, ਉਹ ਸਾਰਾ ਮੈਨੇ ਸ਼ੌਕ ਵਾਸਤੇ ਕੀਤਾ। ਇਹ ਪੋਸਟ ਕਾਰਡ ਹੋਰ ਹੈ ਜੀ ਜੈਪੁਰ ਦਾ। ਆ ਜੈਪੁਰ ਦਾ ਇਹ ਹਰਾ ਜਿਹਾ, ਇਹ ਮੈਂ ਤੁਹਾਨੂੰ ਅਲੱਗ-ਅਲੱਗ ਦਿਖਾ ਰਿਹਾ। ਆਹ ਅਲੱਗ ਮੋਹਰ ਲੱਗੀ ਹੋਈ ਹੈ, ਆਹ ਅਲੱਗ ਹੈ, ਆਹ ਅਲੱਗ ਆ ਦੇਖੋ ਦਰਸ਼ਕੋ। ਹਾਂਜੀ ਇਹਦੀ ਅਲੱਗ ਮੋਹਰ ਆ ਹਨਾ। ਉਹ ਨੀਚੇ ਵਾਲਾ ਦਿਖਾਓ, ਉਹਦੀ ਮੋਹਰ ਬਿਲਕੁਲ ਹੋਰ ਅਲੱਗ ਹੈ। ਹਾਂ ਬਿਲਕੁਲ ਇਹਦੀ ਹੋਰ ਤਰ੍ਹਾਂ ਦੀ ਹੈ ਮੋਹਰ ਆਹ ਜੀ। ਬਸ ਇਹ ਹੋ ਗਿਆ ਜਾਂ ਕੁਝ ਹੋਰ ਵੀ ਇਹਦੇ ਬਾਰੇ? ਹੋ ਗਿਆ ਜੀ। ਇੱਕ ਆ ਗਏ ਗਵਾਲੀਅਰ ਸਟੇਟ ਦੇ ਵੀ ਹੈ ਨਾ ਜੀ? ਗਵਾਲੀਅਰ ਸਟੇਟ ਦੇ ਪਹਿਲਾਂ ਜਿਹੜੇ ਤੁਹਾਨੂੰ ਦਿਖਾਏ ਨੇ ਉਹ ਘੱਟ ਦਿਖਾਏ ਸੀਗੇ, ਉਹਦੇ 'ਚ ਐਡਵਰਡ 7 ਦੇ ਸੀਗੇ ਔਰ ਦੂਸਰੇ ਜਾਰਜ 5th ਦੇ ਸੀਗੇ ਜੀ, ਦੋਵੇਂ ਪੋਸਟ ਕਾਰਡ ਦਿਖਾ। ਇਹ ਹੁਣ ਗਵਾਲੀਅਰ ਸਟੇਟ ਦੇ ਨੇ ਟੋਟਲ ਸਾਰੇ ਦੇ ਸਾਰੇ, ਬਿਲਕੁਲ ਪੂਰੇ ਦਾ ਪੂਰਾ ਫਰੇਮ ਹੀ ਗਵਾਲੀਅਰ ਸਟੇਟ ਦਾ ਬਣਾਇਆ ਹੈ। ਇਹ ਜੀ ਕੀ ਖਾਸੀਅਤ ਸੀ ਇਹਦੇ 'ਚ? ਖਾਸੀਅਤ ਇਹ ਹੈ ਕਿ ਗਵਾਲੀਅਰ ਸਟੇਟ ਨੇ ਜਿੰਨੇ ਵੀ ਅੰਗਰੇਜ਼ ਹਾਕਮ ਆਏ ਨੇ ਉਹਨਾਂ ਸਾਰਿਆਂ ਦੇ ਦੌਰ 'ਚ ਪੋਸਟ ਕਾਰਡ ਚਲਾਇਆ ਹੈ, ਆਪਣੀ ਲੋਗੋ ਲਾ ਕੇ ਜੀ, ਉਹ ਸਾਰਿਆਂ ਦੀ ਲਾਏ ਨੇ ਮੈਨੇ। ਬਿਲਕੁਲ ਅੰਗਰੇਜ਼ਾਂ ਦਾ ਵੀ ਨਾਂ ਲੱਗਿਆ ਤੇ ਨਾਲ ਇਹਨਾਂ ਦਾ ਵੀ ਆਪਦਾ ਲੱਗਿਆ ਹੈ ਨਾ? ਹਾਂਜੀ ਬਿਲਕੁਲ ਦੋਨਾਂ ਧਿਰਾਂ ਨੇ ਲਾਏ ਆ ਅਲੱਗ-ਅਲੱਗ। ਫਿਰ ਇਹ ਗਵਾਲੀਅਰ ਦੇ ਵਪਾਰੀਆਂ ਨੇ ਜਿਹੜੇ ਆਪਣੇ ਛਪਾਏ ਹੋਏ ਨੇ ਜੀ। ਹਾਂ ਬ੍ਰਿਜ ਲਾਲ, ਰਾਮ ਗੋਪਾਲ ਗਵਾਲੀਅਰ ਇਹ ਗਵਾਲੀਅਰ ਦੇ ਵਪਾਰੀਆਂ ਦੇ ਜਿਹੜੇ ਛਪਾਏ ਹੋਏ ਨੇ, ਕਿਉਂਕਿ ਗਵਾਲੀਅਰ ਸਟੇਟ ਨਾਲ ਤਾਲੁਕ ਰੱਖਦੇ ਨੇ, ਸੰਬੰਧ ਹੈ ਇਹਨਾਂ ਦਾ, ਇਸ ਕਰਕੇ ਫਿਰ ਇੱਥੇ ਅਲੱਗ ਲਾਏ ਨੇ ਉਹ। ਕਾਲੂ ਰਾਮ, ਹੀਰਾ ਲਾਲ, ਇਹ ਸਾਰੇ ਉਸ ਸਮੇਂ ਦੇ ਵਪਾਰੀ ਆ, ਉਸ ਟਾਈਮ ਦੇ ਵਪਾਰੀ ਨੇ ਔਰ ਗਵਾਲੀਅਰ ਨਾਲ ਸੰਬੰਧ ਹੈ ਇਹਨਾਂ ਦਾ, ਗਵਾਲੀਅਰ ਸਟੇਟ ਨਾਲ ਜੀ। ਗਵਾਲੀਅਰ ਦੇ ਵਿੱਚ ਆਪਾਂ ਕਿਲਾ ਵੀ ਵਿਖਾਇਆ ਸੀ ਦਰਸ਼ਕੋ, ਕਿਲਾ ਬਹੁਤ ਵੱਡਾ ਉੱਥੇ, ਤੇ ਬਹੁਤ ਸਾਰੇ ਉੱਥੇ ਮੈਂ ਕਹਿੰਦਾ ਵੀ ਰਾਜਿਆਂ ਦਾ ਕਬਜ਼ਾ ਰਿਹਾ ਉੱਥੇ। ਦੇਖੋ ਜੀ ਆ ਗਈ ਟ੍ਰੈਵਨਕੋਰ, ਕੋਚੀਨ ਸਟੇਟ। ਕੋਚੀਨ, ਹਾਂਜੀ ਕੋਚੀਨ ਦੇਖੋ ਕਿੱਥੇ ਪਿਆ ਜੀ, ਜਿੱਥੇ ਰੇਲ ਗੱਡੀ ਦੇ ਡੱਬੇ ਬਣਦੇ ਸੀ, ਡੱਬੇ ਬਣਦੇ ਸੀਗੇ। ਤੇ ਉਸ ਜਗ੍ਹਾ ਦੇ ਪੋਸਟ ਕਾਰਡ ਨੇ, ਇਹ ਵੀ ਡਿਫਰੈਂਟ ਨੇ। ਦੇਖੋ ਤੁਸੀਂ ਆ ਖਜੂਰਾਂ ਜੀਆਂ ਲਾਈਆਂ ਹੋਈਆਂ, ਇਹ ਉਹਨਾਂ ਦੇ ਆਪਣੇ ਛਪਾਏ ਹੋਏ ਨੇ। ਉਹਨਾਂ ਨੂੰ ਇਹ ਬੰਦਰਗਾਹ ਪੈਂਦੀ ਹੈ ਇੱਥੇ? ਬੰਦਰਗਾਹ ਵੀ ਪੈਂਦੀ ਹੈ ਜੀ, ਬਹੁਤ ਵੱਡੀ ਜਗ੍ਹਾ ਹੈ, ਕਾਰਖਾਨੇ ਬਹੁਤ ਨੇ, ਰੇਲਵੇ ਕੋਚ ਫੈਕਟਰੀ ਵੀ ਹੈ ਜੀ ਜੀ। ਤੇ ਉਹ ਇਹ ਜਿਹੜੀ ਸਰਕਾਰ ਰਿਆਸਤ ਸੀਗੀ ਨਾ ਜੀ, ਇਹ ਰਿਆਸਤ ਅੰਗਰੇਜ਼ਾਂ ਦੇ ਕਾਫੀ ਨੇੜੇ ਸੀਗੀ, ਇਸ ਕਰਕੇ ਇਹਨਾਂ ਨੂੰ ਆਪਣੇ ਪੋਸਟ ਕਾਰਡ ਛਪਾਉਣ ਦੀ ਇਜਾਜ਼ਤ ਦਿੱਤੀ। ਬਿਲਕੁਲ ਜਿਵੇਂ ਆ ਰਾਜੇ ਦਾ ਆਪਦਾ ਲੋਗੋ ਲੱਗਿਆ ਹੋਇਆ। ਹਾਂਜੀ ਆਹ ਅਲੱਗ ਲੱਗਿਆ ਹੋਇਆ ਹੈ, ਆਹ ਅਲੱਗ ਲੱਗਿਆ ਹੋਇਆ ਹੈ, ਉਹ ਅਲੱਗ ਹੈ, ਸਾਰੇ ਅਲੱਗ ਅਲੱਗ। ਆਹ ਗਣੇਸ਼ ਦਾ ਚਿਹਰਾ ਜਿਹਾ ਲੱਗਦਾ ਮੈਨੂੰ। ਇਹ ਨਹੀਂ, ਉਹ ਸ਼ੰਖ ਦਿਖਾਇਆ ਹੋਇਆ, ਇਹ ਉਹਨਾਂ ਦਾ ਉਹ ਲੋਗੋ ਸੀਗਾ ਜੀ, ਧਾਰਮਿਕ ਸਿੰਬਲ ਹੈ ਜੀ। ਇਹ ਸਾਰੇ ਕੋਚੀਨ ਟ੍ਰੈਵਨਕੋਰ ਸਟੇਟ ਦੇ ਨੇ ਜੀ। ਆ ਹੈਦਰਾਬਾਦ, ਅੱਗੇ ਆ ਜਾਓ ਹੈਦਰਾਬਾਦ ਸਟੇਟ ਜੀ। ਇਹ ਮੁਸਲਿਮ ਰਿਆਸਤ ਸੀ ਇਹ ਜੀ, ਸਭ ਤੋਂ ਵੱਡੀ ਰਿਆਸਤ ਸੀ, ਇੰਡੀਆ ਦੀ ਸਭ ਤੋਂ ਵੱਡੀ ਰਿਆਸਤ, ਜਿੱਥੇ ਚਾਰ ਮੀਨਾਰ ਹਜੇ ਵੀ ਹੈ। ਚਾਰ ਮੀਨਾਰ ਅੱਜ ਵੀ ਹੈ ਉਹਨਾਂ ਦੀ ਨਿਸ਼ਾਨੀ, ਉਹਨਾਂ ਦੇ ਮਹਿਲ ਅੱਜ ਵੀ ਹੈਗੇ ਜੀ, ਔਰ ਉਹਨਾਂ ਦਾ ਮਿਊਜ਼ੀਅਮ ਬਹੁਤ ਵੱਡਾ ਅੱਜ ਵੀ ਹੈਗਾ। ਇਸ ਕਰਕੇ ਹੈਦਰਾਬਾਦ ਸਟੇਟ ਉਹਨਾਂ ਨੂੰ ਵੀ ਆਪ ਇਜਾਜ਼ਤ ਸੀਗੀ ਜੀ। ਇਹ ਹੈਦਰਾਬਾਦ ਸਟੇਟ ਦਾ ਲੱਗਿਆ ਜੀ ਪੋਸਟ ਕਾਰਡ, ਚੰਦ ਤਾਰਾ ਉਹਨਾਂ ਦਾ ਜੀ। ਇਹ ਅਲੱਗ ਹੈ ਜੀ। ਇਹ ਅਲੱਗ-ਅਲੱਗ ਕੀਮਤਾਂ ਦੇ ਵੀ ਲਾਏ ਨੇ, 6 ਪਾਈ ਦਾ, ਇੱਕ 8 ਪਾਈ ਦਾ, ਅਲੱਗ-ਅਲੱਗ ਕੀਮਤਾਂ ਦੇ ਲਾਏ ਹੋਏ ਨੇ ਜੀ, ਅਲੱਗ-ਅਲੱਗ ਕਲਰ ਦੇ ਲਾਏ ਹੋਏ ਨੇ। ਆ ਉਹਨਾਂ ਦੇ ਇਨਵੈਲਪ ਵੀ ਲਗਾਏ ਹੋਏ ਨੇ ਜੀ। ਬਿਲਕੁਲ ਜੀ, ਹੈਦਰਾਬਾਦ ਦੇ ਆ ਗਏ। ਹੈਦਰਾਬਾਦ ਸਟੇਟ ਤੇ ਟ੍ਰੈਵਨਕੋਰ ਸਟੇਟ ਜੀ। ਆਹ ਅੱਗੇ ਆ ਜਾਓ ਜੀ ਆਪਾਂ, ਇੰਦੌਰ ਸਟੇਟ। ਇਹ ਆ ਗਈ ਜੀ ਇੰਦੌਰ ਸਟੇਟ। ਆ ਹੋ ਗਈ ਦਰਸ਼ਕੋ ਇੰਦੌਰ ਮੱਧ ਪ੍ਰਦੇਸ਼ ਦੇ ਵਿੱਚ, ਜਿਹਨੂੰ ਹੋਲਕਰ ਸਟੇਟ ਕਿਹਾ ਜਾਂਦਾ ਹੈ ਜੀ। ਹੋਲਕਰਾਂ ਦਾ ਰਾਜ ਸੀਗਾ ਇੱਥੇ ਜੀ, ਜਿਹੜੇ ਰਾਜੇ ਸੀਗੇ ਹੋਲਕਰ ਰਾਜੇ। ਬਿਲਕੁਲ, ਇਹਨਾਂ ਇੰਦੌਰ ਸਟੇਟ, ਇਹਨੂੰ ਹੋਲਕਰ ਸਟੇਟ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਵੀ ਆਪਣੇ ਕਾਰਡ ਛਪਾਉਣ ਦੀ ਇਜਾਜ਼ਤ ਸੀਗੀ। ਬਿਲਕੁਲ, ਦੇਖੋ ਟਿਕਟ ਲੱਗੀ ਹੋਈ ਹੈ, ਉਹ ਵੀ ਇੰਦੌਰ ਸਟੇਟ ਦੇ ਰਾਜੇ ਦੀ ਮੋਹਰ ਵਾਲੀ ਲੱਗੀ ਹੋਈ ਹੈ, ਫੋਟੋ ਵਾਲੀ ਲੱਗੀ ਹੋਈ ਹੈ। ਆਪਦੀ ਪੂਰੀ ਖੁੱਲ੍ਹ ਸੀ ਇਹਨਾਂ ਨੂੰ। ਹਾਂਜੀ ਹਾਂਜੀ ਜੀ। ਇਹ ਮੱਧ ਪ੍ਰਦੇਸ਼ ਦੇ ਵਿੱਚ ਪੈਂਦਾ, ਇਹ ਮੱਧ ਪ੍ਰਦੇਸ਼ 'ਚ ਪੈਂਦਾ ਜੀ। ਇੰਦੌਰ ਸਟੇਟ ਦੇ ਪੋਸਟ ਕਾਰਡ ਨੇ ਜੀ। ਬਿਲਕੁਲ, ਬਹੁਤ ਖੂਬਸੂਰਤ ਆ ਨਾ। ਤੇ ਇੱਥੇ ਵੀ ਇੱਕ ਵੱਡੀ ਮੱਧ ਪ੍ਰਦੇਸ਼ ਸਾਹਿਬ ਦੇ ਵਿੱਚ ਇੱਕ ਵੱਡੀ ਸਟੇਟ ਰਾਜ ਆ ਹੁਣ ਵੀ। ਹਾਂਜੀ ਹਾਂਜੀ। ਪੋਸਟ ਕਾਰਡ ਦਾ ਸਾਈਜ਼ ਦੇਖੋ ਜੀ, ਇਹਨਾਂ ਦਾ ਬਿਲਕੁਲ ਵੱਖਰਾ ਹੈ ਜੀ ਜੀ। ਇਹਨਾਂ ਦੇ ਵੀ ਲੰਡੇ ਲਿਪੀ ਕੋਈ ਵਰਤੀ ਆ। ਉਹ ਇਹ ਤਾਂ ਫਿਰ ਵਪਾਰੀਆਂ ਦੀ ਹੈ ਨਾ, ਵਪਾਰੀ ਆ ਗਏ, ਇੱਕੋ ਕਮਿਊਨਿਟੀ ਆ ਗਈ। ਹਾਂਜੀ ਹਾਂਜੀ ਜੀ। ਅੱਗੇ ਜੀ ਫਿਰ ਇਹ ਟੋਟਲ ਵਪਾਰੀਆਂ ਦਾ ਜੀ ਪੋਸਟ ਕਾਰਡ ਦਾ। ਆ ਸਾਰੇ ਵਪਾਰੀਆਂ ਦਾ, ਉਹਨਾਂ ਸਟੇਟਾਂ ਦੀ ਨੇ ਜੀ, ਗਵਾਲੀਅਰ, ਇੰਦੌਰ,
ਸਾਰੀਆਂ ਸਟੇਟਾਂ ਹੀ ਆ ਗਏ ਮਤਲਬ ਸਾਰੀਆਂ ਸਟੇਟਾਂ ਦੇ ਨੇ ਵਪਾਰੀਆਂ ਦੇ ਪ੍ਰਾਈਵੇਟ ਇਸ਼ੂ ਨੇ ਜੀ ਸਾਰੇ। ਬਿਲਕੁਲ ਆ ਦੇਖ ਸਕਦੇ ਹੋ। ਬਸ ਇਹ ਤਾਂ ਅੱਗੇ ਵੀ ਇਹਦੇ ਬਾਰੇ ਗੱਲਬਾਤ ਕਰ ਚੁੱਕੇ ਆਪਾਂ ਨਾ। ਇਹ ਮੋਟਾ ਜਿਹਾ ਤੁਸੀਂ ਵੇਖ ਸਕਦੇ ਹੋ ਵੀ ਇਸ ਕਿਸਮ ਦੇ ਸੂਰਜ ਚੰਨ ਤਾਰੇ ਧਾਰਮਿਕ ਲੋਗੋ ਜਿਵੇਂ ਗਣੇਸ਼ ਜੀ ਬਣਾਏ ਹੋਏ ਨੇ। ਇਹਦੇ ਚ ਇੱਕ ਇੰਪੋਰਟੈਂਟ ਦੱਸਣ ਵਾਲੀ ਗੱਲ ਹੈ। ਦੱਸੋ ਜੀ। ਜਿੱਥੋਂ ਦਾ ਅੰਗੂਰ ਆਉਂਦਾ ਅਫਗਾਨਿਸਤਾਨ ਚੋਂ, ਚਮਨ ਜਿਹਨੂੰ ਕਹਿੰਦੇ ਆਪਾਂ, ਚਮਨ ਦਾ ਅੰਗੂਰ, ਜਿੱਥੇ ਦੇ ਡਰਾਈ ਫਰੂਟ ਬਹੁਤ ਮਸ਼ਹੂਰ ਨੇ ਜੀ, ਉੱਥੇ ਉਸ ਟਾਈਮ ਵਪਾਰੀ ਵਰਗ ਬਹੁਤ ਸੀਗਾ ਜਿਹੜਾ ਖੁਸ਼ਕ ਮੇਵੇ ਇੱਧਰ ਭੇਜਦੇ ਸੀਗੇ ਜੀ, ਜਿਹਨਾਂ ਨੂੰ ਡਰਾਈ ਫਰੂਟ ਕਿਹਾ ਜਾਂਦਾ, ਉਹ ਭੇਜਦੇ ਸੀਗੇ। ਉੱਥੇ ਦਾ ਇੱਕ ਵਪਾਰੀ ਹੈ ਚਮਨ ਲਾਲ ਜੀ, ਤੇ ਗੋਪੀ ਲਾਲ ਕੀ ਹੈ, ਗੋਪਾਲ ਦਾਸ ਇਹ ਉੱਥੇ ਦਾ ਵਪਾਰੀ ਹੈ। ਤੁਸੀਂ ਚਮਨ ਪੜ੍ਹ ਸਕਦੇ ਹੋ ਜੀ। ਹਾਂ ਬਿਲਕੁਲ, ਫਰੈਸ਼ ਐਂਡ ਡਰਾਈ ਫਰੂਟਸ ਮਰਚੈਂਟਸ ਚਮਨ ਅਫਗਾਨਿਸਤਾਨ ਦਾ, ਬਲੋਚਿਸਤਾਨ ਲਿਖਿਆ ਹੋਇਆ ਥੱਲੇ ਬ੍ਰੈਕਟ 'ਚ। ਹਾਂਜੀ, ਉੱਥੋਂ ਦਾ ਸੀ ਇਹ ਉੱਥੋਂ ਦਾ ਸੀਗਾ। ਉਹ ਵੀ ਪੋਸਟ ਕਾਰਡ ਇੱਥੇ ਲਾਇਆ ਹੋਇਆ ਮੈਨੇ, ਉਹਨਾਂ ਦਾ ਆਪਣਾ ਲੋਗੋ ਲਾਇਆ ਹੋਇਆ ਹੈ। ਇਹ ਉਹ ਦੇਖੋ ਬਲੋਚਿਸਤਾਨ ਦੇ ਵਿੱਚ ਵੀ ਵਪਾਰ, ਅੱਗੇ ਆਮ ਹੀ ਲੋਕ ਤੁਰੇ ਫਿਰਦੇ ਸੀ। ਪੂਰਾ ਇੰਡੀਆ ਇੱਕ ਸੀਗਾ ਜੀ ਉਦੋਂ, ਕੋਈ ਪੁੱਛਦਾ ਨਹੀਂ ਦੱਸਦਾ ਨਹੀਂ ਤੁਰਿਆ ਫਿਰਦਾ ਸੀ। ਹਾਂ, ਇਹ ਉਸ ਟਾਈਮ ਦੇ ਉਹਨਾਂ ਦੇ ਨੇ ਜੀ ਬਿਲਕੁਲ। ਅੱਗੇ ਆ ਗਿਆ, ਅੱਗੇ ਆਪਾਂ ਆ ਗਏ ਜੀ ਹੁਣ ਰਿਪਬਲਿਕ ਪੋਸਟ ਕਾਰਡ। ਹਾਂਜੀ, ਇਹ ਹੁਣ ਭਾਰਤ ਆਜ਼ਾਦ ਹੋ ਗਿਆ ਜੀ ਸੰਨ 47 ਤੋਂ ਬਾਅਦ ਇੰਡੀਆ ਪਾਕਿਸਤਾਨ ਬਣ ਗਏ, ਤੇ ਇੰਡੀਆ ਨੇ ਜਿਹੜਾ ਆਪਣਾ ਪਹਿਲਾ ਪੋਸਟ ਕਾਰਡ ਕੱਢਿਆ 1950 ਚ ਕੱਢਿਆ ਜੀ। 1950 ਚ ਜਿਹੜਾ ਪੋਸਟ ਕਾਰਡ ਫਸਟ ਆਇਆ ਉਹ ਇਹ ਆਪਣਾ ਜਿਹੜਾ ਅਸ਼ੋਕਾ ਚਿੰਨ੍ਹ, ਅਸ਼ੋਕੇ ਵਾਲਾ ਆਇਆ, 4 ਮੂਰਤੀਆਂ ਵਾਲਾ। ਹਾਂਜੀ ਜੀ, ਇਹ ਸੀ। ਇਸ ਤੋਂ ਬਾਅਦ ਫਿਰ ਜਿਉਂ-ਜਿਉਂ ਬਦਲੀ ਗਿਆ ਜੀ ਪੋਸਟ ਕਾਰਡ। ਹਾਂਜੀ, ਫੋਟੋਆਂ ਮੋਹਰਾਂ ਬਦਲੀ ਗਈਆਂ, ਕੀਮਤ ਬਦਲੀ ਗਈ। ਹਾਂਜੀ, ਇਹ 6 ਪਾਈ ਹੋ ਗਈ ਜੀ ਇਹਦੀ ਕੀਮਤ ਜੀ। ਅੱਡ ਇਹਨਾਂ ਦੇ ਬੰਦੇ ਵੀ ਬਦਲਦੇ ਗਏ, ਜਿਵੇਂ ਇੱਥੇ ਆ ਕੁਛ ਹੋਰ ਆ, ਆ ਫੋਟੋ ਹੋਰ ਲੱਗ ਗਈ, ਆ ਹੋਰ ਫੋਟੋ ਆ, ਇਹਦੇ ਚ ਕਲਰ ਚੇਂਜ ਹੋ ਗਿਆ ਜੀ। ਆ ਦੇਖੋ, ਆ ਫੋਟੋ ਅਲੱਗ-ਅਲੱਗ, ਕਈਆਂ ਥਾਵਾਂ ਤੇ ਸ਼ੇਰ, ਆ ਫੋਟੋ ਅਲੱਗ ਗਈ ਜੀ, ਮੋਰ ਵੀ ਬਣਾਏ ਹੋਏ ਆ। ਇਹ ਫਿਰ ਜਿਉਂ-ਜਿਉਂ ਆਪਣਾ ਟਾਈਮ ਬੀਤੀ ਗਿਆ, ਉਸ ਟਾਈਮ ਨਾਲ ਉਹ ਪੋਸਟ ਕਾਰਡਾਂ ਦੇ ਉੱਤੇ ਬਦਲੀ, ਸਮੇਂ ਦੇ ਨਾਲ ਬਦਲੀ ਗਏ ਨਾ, ਲੋਕ ਬਦਲਦੇ ਗਏ। ਤੇ ਆ ਵੀ ਰਿਪਬਲਿਕ ਪੋਸਟ ਕਾਰਡ ਹੀ ਆ ਜੀ। ਹਾਂਜੀ, ਇਹ ਭਾਰਤ ਦਾ ਗਣਤੰਤਰ ਜਿਹੜਾ ਕਹਿ ਸਕਦੇ ਆ, ਗਣਤੰਤਰ ਭਾਰਤ ਦਾ ਆ ਗਿਆ। ਇਹਦੇ 'ਚ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਜੀ। ਇਹ ਪੋਸਟ ਕਾਰਡਾਂ ਦੇ ਵਿੱਚ ਨਾਲ ਐਡਵਰਟਾਈਜ਼ਮੈਂਟ ਹੈ ਕੰਪਨੀਆਂ ਦੀ ਜੀ, ਜਿਹੜਾ ਕਿ ਸਰਕਾਰ ਨੂੰ ਪੈਸੇ ਦੇ ਦਿੰਦੇ ਸੀਗੇ, ਵਿਗਿਆਪਨ। ਉਹ ਸਰਕਾਰ ਪੈਸੇ ਉਹਨਾਂ ਤੋਂ ਲੈ ਕੇ ਪੋਸਟ ਕਾਰਡ ਛਾਪ ਦਿੰਦੀ ਸੀਗੀ ਜੀ। ਵਿਗਿਆਪਨ ਦੇ ਪੈਸੇ ਨਾਲ ਪੋਸਟ ਕਾਰਡ ਛਾਪ ਜਾਂਦੇ ਸੀ। ਪੋਸਟ ਕਾਰਡ ਦੀ ਜਿਹੜੀ ਇਨਕਮ ਹੁੰਦੀ ਸੀ ਉਹ ਸਰਕਾਰ ਨੂੰ ਫ੍ਰੀ 'ਚ ਪੈ ਜਾਂਦੇ ਸੀਗੇ। ਹੁਣ ਇਹਦੇ ਦੇਖੋ ਤੁਸੀਂ JK ਸੀਮੈਂਟ। ਅੱਛਾ, ਉਦੋਂ ਸੀਗੇ ਇਹ? ਹਾਂਜੀ। ਅੱਛਾ, ਇਹ ਨਹੀਂ, ਆਜ਼ਾਦੀ ਤੋਂ ਬਾਅਦ ਵਾਲੇ ਨੇ। ਅੱਛਾ, ਠੀਕ ਆ। JK ਸੀਮੈਂਟ, ਇਹ ਅੱਗੇ ਹੋਰ ਆ ਗਈ ਹੈ ਨਈ ਤਕਨੀਕ ਕੇ ਪੁਰਸ਼ ਨਸਬੰਦੀ, ਇਹ ਸਰਕਾਰ ਦਾ ਆ ਗਿਆ ਜੀ। ਨਾ ਕੋਈ ਚੀਰਾ, ਨਾ ਕੋਈ ਟਾਂਕਾ, ਨਾ ਹੀ ਕੋਈ ਦਰਦ, ਹਨਾ। ਇਹ ਸਰਕਾਰ ਦਾ ਸੰਦੇਸ਼ ਆ ਗਿਆ ਜੀ, ਉਹ ਵੀ ਪੋਸਟ ਕਾਰਡ। ਇਹ ਵਾਦੀ ਕੰਟਰੋਲ ਵੇਲੇ ਦੀ ਗੱਲ ਆ। ਹਾਂਜੀ, ਆਹ ਦੇਖੋ, ਆਹ ਲੋਗੋ, ਆਹ ਹੋਰ ਐਡ ਆ ਗਈ ਇਹਦੇ ਤੇ, ਆਹ ਐਡ ਹੋਰ ਆ ਗਈ ਜੀ। ਇਹ ਅਲੱਗ-ਅਲੱਗ ਐਡ ਆ। ਬੈਗ ਪੇਪਰ, ਬਿਲਕੁਲ, ਬੈਗ ਪੇਪਰ ਦਾਰੂ ਵਾਲੀ ਆ ਗਈ, ਦਾਰੂ ਵਾਲੀ ਐਡ ਆ ਗਈ, ਬੀਨ ਵਾਲੀ ਦਾਰੂ। ਹਾਂ, ਇਹ ਮੈਂ ਤੁਹਾਨੂੰ ਹੋਰ ਅੱਗੇ ਜਾ ਕੇ ਦਿਖਾਊਂਗਾ ਐਡ ਵਾਲੇ ਪੋਸਟ ਕਾਰਡ ਜਿਹੜੇ, ਮਤਲਬ ਇਦਾਂ ਐਡ ਦੇ ਕੇ ਆਪਦਾ ਕੰਮ ਚਲਾਉਂਦੀ ਰਹੀਆਂ ਸਰਕਾਰਾਂ, ਹਨਾ। ਸਰਕਾਰਾਂ ਐਡ ਵਾਲੇ ਪੋਸਟ ਕਾਰਡ ਜੀ। ਤੇ ਇਹ ਲਓ ਜੀ। ਹਾਂਜੀ, ਇਹ ਸਾਰੇ ਜੀ ਅਸ਼ੋਕੇ ਵਾਲੇ ਨੇ। ਹਾਂਜੀ, ਇਹ ਯਾਦ ਭਾਰਤ ਵਾਲੀ ਹੈ ਵੀ, ਵਿਦ ਅਸ਼ੋਕਾ। 10 ਪੈਸੇ 15 ਪੈਸੇ ਇਹ ਰੇਟ ਸੀ। ਇਹ ਉਸ ਟਾਈਮ ਦਾ ਕੀਮਤ ਜਿਹੜੀ ਪਹਿਲਾਂ ਤਾਂ ਆਨਿਆਂ 'ਚ ਚੱਲੀ ਸੰਨ 50 ਤੋਂ 1950 ਤੋਂ ਲੈ ਕੇ 1956 ਤੱਕ ਜੀ ਆਨੇ ਵਾਲਾ ਸਿਸਟਮ ਚੱਲਦਾ ਰਿਹਾ ਜੀ। 64 ਪੈਸੇ ਦਾ ਰੁਪਈਆ। 1956 ਜਾ ਕੇ ਡੈਸੀਮਲ ਕੁਆਇਨੇਜ ਸਿਸਟਮ ਲਾਗੂ ਹੋ ਗਿਆ। ਉਸ ਟਾਈਮ ਜਿਹੜਾ ਸੀਗਾ ਰੁਪਈਆ 100 ਪੈਸੇ ਦਾ ਕਰਤਾ ਜੀ, 64 ਪੈਸਿਆਂ ਦਾ ਚੱਕਤਾ। ਆਨਾ ਜਿਹੜਾ 4 ਪੈਸਿਆਂ ਦਾ ਸੀਗਾ ਉਹ 6 ਪੈਸਿਆਂ ਦਾ ਕਰਤਾ ਜੀ। ਤੇ ਉਸ ਟਾਈਮ ਫਿਰ ਜਿਹੜੇ ਪੋਸਟ ਕਾਰਡ ਸੀਗੇ ਉਹਨਾਂ ਤੇ ਵੀ ਪੈਸੇ ਲਿਖਣ ਲੱਗ ਗਏ। ਪਹਿਲਾਂ ਆਨੇ ਲਿਖਦੇ ਸੀਗੇ ਜੀ, ਜਿਹੜੇ ਪੈਸੇ ਚੱਲਦੇ ਸੀਗੇ ਉਹਨਾਂ ਦੇ ਵੀ ਆਨੇ, 1 ਆਨਾ, ਅੱਧਾ ਆਨਾ, ਉਹਨਾਂ ਤੇ ਵੀ ਨए पैसे लिखन लग गए। 2 नए पैसे, 1 नया पैसा, 25 नए पैसे, 10 नए पैसे। ये फिर नए पैसों आ गया जी, 10 पैसे आ गए जी, 15 पैसे वाला आ गया जी। बिल्कुल, मतलब कहने का यह भी मैं पूरे ਉਹਦੇ ਰਿਕਾਰਡ ਦੇ ਮੁਤਾਬਕ ਹਰ ਚੀਜ਼ ਲਿਆਉਣ ਦੀ ਕੋਸ਼ਿਸ਼। ਬਿਲਕੁਲ ਜੀ, ਬਿਲਕੁਲ। ਬਹੁਤ ਤੁਹਾਡੀ ਮਿਹਨਤ ਸੀ ਤੇ ਸਜਦਾ ਕਰਦੇ ਉਸ ਮਿਹਨਤ ਨੂੰ। ਤੇ ਹੋਰ ਰਹਿ ਗਿਆ ਕੋਈ ਜੀ ਆਪਣੇ? ਹਾਂਜੀ, ਹਜੇ ਤੱਕ ਕਾਫੀ ਪੈ ਨੇ ਜੀ। ਹਾਂਜੀ, ਅਜੇ ਖਜ਼ਾਨਾ ਬਹੁਤ ਆ। ਤੇ ਇਹ ਜਾਣਕਾਰੀ ਇਹ ਆ ਕਿ ਰੇਅਰ ਹੀ ਆ। ਇਹ ਮੈਂ ਕਹਿੰਦਾ ਵੀ ਕਿਸੇ ਕੋਲੇ ਹੋਣੀ ਨਹੀਂ ਇਹ ਜਾਣਕਾਰੀ। ਦੇਖੋ ਜੀ, ਹਾਂਜੀ, ਹੁਣ ਲੋਕ ਕਹਿ ਦਿੰਦੇ ਨੇ ਜੀ ਸ਼ੇਰ ਛਪਿਆ ਹੋਇਆ। ਸ਼ੇਰ ਕਿਹ ਤਰ੍ਹਾਂ ਦਾ ਛਪਿਆ ਹੋਇਆ? ਹਾਂਜੀ, ਆ ਬੈਠੇ ਦੀ ਮੁਦਰਾ ਚ 15 ਪੈਸੇ ਜੀ। ਹਾਂਜੀ,
15 ਪੈਸੇ। ਇਹਦੇ 'ਚ ਸ਼ੇਰ ਦਾ ਸਾਈਜ਼ ਵੀ ਵਧੂ ਘਟੂਗਾ ਜੀ। ਆਹ ਦੇਖੋ ਜੀ, ਆ ਵੀ 15 ਪੈਸੇ ਦਾ, ਇਹ ਵੀ 15 ਪੈਸੇ ਦਾ। ਇਹ ਸ਼ੇਰ ਵੱਡਾ ਹੈ, ਇਹ ਸ਼ੇਰ ਛੋਟਾ ਹੈ। ਇਹਦਾ ਕੀ ਕਾਰਨ ਸੀ ਨਾ ਮਗਰ? ਇਹ ਫਿਰ ਮਤਲਬ ਜਦੋਂ ਨਵੀਂ ਪ੍ਰਿੰਟਿੰਗ ਹੁੰਦੀ ਸੀ ਉਹਦੇ ਕੁਛ ਨਾ ਕੁਛ ਚੇਂਜ ਹੋ ਜਾਂਦਾ ਸੀਗਾ, ਨਵੀਂ ਡਾਈ ਬਣ ਜਾਂਦੀ ਸੀਗੀ। ਆਹ ਦੇਖੋ, ਆਹ ਕਲਰ ਹੋਰ ਹੈ, ਇਹ ਇਸ ਤੋਂ ਵੀ ਛੋਟਾ ਸ਼ੇਰ ਹੋ ਗਿਆ, ਗ੍ਰੀਨ ਕਲਰ 'ਚ ਹੋ ਗਿਆ। ਬੱਚਾ ਘੋੜਾ ਜਿਹਾ ਵੀ ਲਾਇਆ ਪਿਆ। ਇਹ ਤਾਂ ਐਡ ਹੈ ਨਾ, ਐਡ ਆ ਗਈ। ਠੀਕ, ਮੋਹਰ ਲੱਗੀ ਹੋਈ ਹੈ। ਠੀਕ ਆ, ਇਹ ਮੋਹਰ ਲੱਗੀ ਹੋਈ ਹੈ। ਤੇ ਇੱਥੇ ਆ ਗਏ ਜੀ 25 ਪੈਸੇ ਹੋ ਗਏ। ਆ 15 ਪੈਸੇ ਨੇ, ਇਹ 25 ਪੈਸੇ ਹੋ ਗਏ ਜੀ। ਬਿਲਕੁਲ। ਸ਼ੇਰ ਇਸ ਤੇ ਆ ਛੋਟਾ ਹੋ ਗਿਆ। ਹਾਂਜੀ, 25 ਪੈਸੇ ਕੀਮਤ 'ਚ ਆ ਗਏ। ਆ ਕਲਰ ਚੇਂਜ ਹੋ ਗਿਆ ਪੋਸਟ ਕਾਰਡ ਦਾ, ਕਦੇ ਰੰਗ, ਕਦੇ ਆਕਾਰ, ਕਦੇ ਰੇਟ। ਹਾਂ, ਉਹ ਮਤਲਬ ਵੈਰਾਈਟੀ ਤੁਸੀਂ ਇਹ ਦੇਖੋ ਵੀ ਵੈਰਾਈਟੀ ਇਕੱਠੀ ਕਰਨ ਦੀ ਗੱਲ ਹੈ। ਵੀ ਮੈਨੇ ਆ ਸਾਰੇ ਇਸ ਕਰਕੇ ਸ਼ੇਰ ਵਾਲੇ ਲਾਏ ਨੇ ਤਾਂ ਕਿ ਇਹਦੇ 'ਚ ਪਤਾ ਚੱਲਦਾ ਰਹੇ ਕਿ ਸ਼ੇਰ ਵੀ ਵੱਡਾ ਛੋਟਾ ਹੈ, ਕੀਮਤ ਵੀ 15 ਪੈਸੇ, 20 ਪੈਸੇ, 25 ਪੈਸੇ, ਕੀਮਤ ਵੀ ਅਲੱਗ-ਅਲੱਗ ਹੈ ਜੀ। ਇਸ ਕਰਕੇ ਇਹ ਸਾਰਾ ਦਿਖਾਇਆ। ਬਿਲਕੁਲ ਜੀ। ਇਹਦੇ 'ਚ ਇੱਕ ਹੋਰ ਚੀਜ਼ ਜੀ। ਹਾਂਜੀ ਹਾਂਜੀ, ਲਾਈਫ ਬॉय ਦੀ ਐਡ ਦੇਖੋ। ਲਾਈਫ ਬॉय ਸਾਬਣ ਵਾਲੀ ਐਡ ਆ ਗਈ। ਹਾਂਜੀ, ਨਿਊ ਲਾਈਫ ਬॉय ਹੋਰ ਐਡ ਆ ਗਈ। ਇਹ ਮਤਲਬ ਅਲੱਗ-ਅਲੱਗ ਐਡ ਵਾਲੇ ਇਹਦੇ 'ਚ ਪੋਸਟ ਕਾਰਡ ਆਇਆ ਹੋਇਆ। ਠੀਕ ਆ ਜੀ। ਹੋਰ ਕਿੱਥੇ? ਹੋਰ ਤਾਂ ਹੈ ਨਹੀਂ ਆਪਣੇ ਕੋਲ। ਇਹ ਫਿਰ ਇੱਕ ਦੌਰ ਇਹ ਆਇਆ ਜੀ। ਜੀ। ਸਰਕਾਰ ਨੂੰ ਆਪਣੇ ਸੰਦੇਸ਼ ਜਿਹੜੇ ਨੇ ਉਹ ਅਖਬਾਰਾਂ ਦੇ ਜ਼ਰੀਏ ਦੇਣੇ ਪੈਂਦੇ ਨੇ। ਹਾਂਜੀ। ਕੰਧਾਂ ਦੇ ਪੋਸਟਰ ਛਪਾ ਕੇ ਦੇਣੇ ਪੈਂਦੇ ਨੇ, ਵੱਡੇ ਵੱਡੇ ਬੈਨਰ ਲਵਾ ਕੇ ਜੀ ਦੇਣੇ ਪੈਂਦੇ ਨੇ ਜੀ। ਸਰਕਾਰ ਫਿਰ ਇੱਕ ਸਕੀਮ ਆਈ ਕਿ ਜਿਹੜੇ ਸਰਕਾਰ ਦੇ ਸੰਦੇਸ਼ ਨੇ ਪਬਲਿਕ ਤੱਕ ਪਹੁੰਚਾਉਣੇ ਨੇ ਜਿਹੜੇ, ਉਹ ਪੋਸਟ ਕਾਰਡ ਤੇ ਛਾਪੋ। ਹਾਂ, ਮੇਘਦੂਤ ਪੋਸਟ ਕਾਰਡ। ਇਹਦਾ ਨਾਮ ਰੱਖਿਆ ਮੇਘਦੂਤ ਪੋਸਟ ਕਾਰਡ ਐਡਵਰਟਾਈਜ਼ਮੈਂਟ। ਇਹਦੇ ਤੇ ਆ ਸਰਕਾਰ ਦੀ ਸਰਕਾਰੀ ਐਡਵਰਟਾਈਜ਼ਮੈਂਟ ਹੈ ਸਾਰੀ। ਹਾਂ ਬਿਲਕੁਲ। ਜਿੰਨੀ ਵੀ ਤੁਸੀਂ ਪੜੋਗੇ ਸਰਕਾਰ ਨੇ ਜਿਹੜਾ ਪਬਲਿਕ ਨੂੰ ਜੋ ਐਡ ਕਰਨਾ ਉਹ ਪੋਸਟ ਕਾਰਡ ਤੇ ਛਾਪਤਾ। ਹਾਂ, ਔਰ ਇਹਦੀ ਵੀ ਅਲੱਗ-ਅਲੱਗ ਕੀਮਤ ਤੇ ਜੀ। 25 ਪੈਸੇ ਦਾ ਵੀ ਆਇਆ, ਇਹ 50 ਪੈਸਿਆਂ ਦਾ ਵੀ ਆਇਆ। ਰੇਟ ਅੱਡ ਆ ਗਿਆ। ਰੇਟ ਅੱਡ ਆਏ ਨੇ। ਬਿਲਕੁਲ। ਤੁਸੀਂ ਦੇਖੋ ਹਰ ਪੋਸਟ ਕਾਰਡ ਤੇ ਅਲੱਗ ਔਰ ਹਰ ਭਾਸ਼ਾ 'ਚ ਛਪਿਆ ਇਹ। ਸਹੀ ਆ। ਇੰਡੀਆ ਦੇ ਵਿੱਚ ਨੋਟ ਦੇ ਉੱਤੇ ਜਿੰਨੀਆਂ ਭਾਸ਼ਾ ਛਪੀਆਂ ਹੋਈਆਂ ਨੇ ਉਹ ਸਾਰੀਆਂ ਭਾਸ਼ਾ ਦੇ ਵਿੱਚ ਇਹ ਪੋਸਟ ਕਾਰਡ ਸਾਰੀ ਐਡ ਦੇ ਛਪੇ ਨੇ। ਆਹ ਦੇਖੋ ਉਰਦੂ 'ਚ ਹੈ ਜੀ, ਆ ਇੰਗਲਿਸ਼ 'ਚ ਹੈ, ਆ ਤਮਿਲ 'ਚ ਹੈ ਜੀ। ਬਿਲਕੁਲ ਅਲੱਗ-ਅਲੱਗ ਆ ਗਈ ਨਾ ਭਾਸ਼ਾਵਾਂ ਦਾ। ਆ ਹਿੰਦੀ 'ਚ ਹੈ, ਇੱਥੇ ਪੰਜਾਬੀ 'ਚ ਵੀ ਹੈ। ਆ ਪੰਜਾਬੀ 'ਚ ਹੈ ਜੀ। ਹਾਂ, ਸਿਆਣੀ ਰਾਣੀ ਕਹਿੰਦੀ ਹੈ ਹਮੇਸ਼ਾ ਚੰਨ ਵਾਲਾ ਹੈਲਮਟ ਹੀ ਪਾਓ, ਆਪਣੇ ਜੀਵਨ ਨੂੰ ਸੁਰੱਖਿਅਤ ਬਣਾਓ। ਇਹ ਪਬਲਿਕ ਵਾਸਤੇ ਹੈ ਨਾ ਜੀ। ਪਬਲਿਕ ਨੇ ਜੋ ਮਤਲਬ ਸਰਕਾਰ ਨੇ ਪਬਲਿਕ ਨੂੰ ਜੋ ਦੱਸਣਾ ਉਹ ਪੋਸਟ ਕਾਰਡ ਤੇ ਛਾਪਣ ਲੱਗ ਗਏ। ਸਲੋਗਨ ਵਗੈਰਾ ਜੋ ਨਾਰੇ ਸੀ ਉਹਨਾਂ ਦੇ, ਨਾਰੇ ਸੀਗੇ, ਜੋ ਸਲੋਗਨ ਸੀਗੇ ਉਹ ਪੋਸਟ ਕਾਰਡ ਤੇ ਆ ਗਏ। ਇਹਦਾ ਨਾਮ ਰੱਖਤਾ ਮੇਘਦੂਤ ਪੋਸਟ ਕਾਰਡ ਜੀ। ਇਹ ਇੱਕ ਤਰ੍ਹਾਂ ਦਾ ਨਹੀਂ ਹੈ, ਬਹੁਤ ਤਰ੍ਹਾਂ ਦੇ ਨੇ। ਹੋਰ ਦਿਖਾਉਂਗਾ ਜੀ ਤੁਹਾਨੂੰ ਜੀ। ਠੀਕ ਹੈ, ਜ਼ਰੂਰ। ਲੋ ਜੀ, ਆ ਗਏ ਅਗਲਾ। ਅੱਛਾ, ਇਹ ਉਹਦੀ ਕੈਟਾਗਰੀ ਆ ਗਈ। ਹਾਂਜੀ, ਆ ਦੇਖੋ ਗੈਸ ਸਿਲੰਡਰ ਆ ਗਏ ਜੀ। ਆ ਸਰਕਾਰ ਦੇ ਜਿੰਨੇ ਵੀ ਪਲਾਨ ਨੇ ਉਹ ਸਾਰੇ ਪੋਸਟ ਕਾਰਡ ਤੇ ਪਬਲਿਕ ਤੱਕ ਪਹੁੰਚਦੇ ਰਹੇ ਨੇ ਜੀ। ਜੀ। ਮੇਘਦੂਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ, ਪਟਨਾ ਸਾਹਿਬ, ਉਸ ਮੌਕੇ ਤੇ ਇਸ਼ੂ ਕੀਤਾ ਹੋਇਆ ਹੈ। ਉਹ ਮੋਹਰ ਲੱਗੀ ਹੋਈ ਹੈ 18/1/2013 ਨੂੰ। ਹਾਂਜੀ, ਉਸ ਟਾਈਮ ਇਸ਼ੂ ਕਰਿਆ ਇਹ ਉਸ ਖਾਸ ਮੌਕੇ ਤੇ। ਬਿਲਕੁਲ, ਉਸ ਦੀ ਮੋਹਰ ਲੱਗੀ ਹੋਈ ਹੈ, ਯਾਨੀ ਕੈਂਸਲੇਸ਼ਨ ਜਿਹੜੀ ਉਸ ਮੌਕੇ ਦੀ ਹੋਈ ਹੈ ਜੀ। ਬਿਲਕੁਲ। ਆ ਦੇਖੋ ਹੋਮੀ ਭਾਭਾ ਸਾਇੰਸਦਾਨ ਹੋਇਆ ਆਪਣਾ ਬਹੁਤ ਜਹਾਂਗੀਰ ਬਾਬਾ। ਹਾਂਜੀ ਹਾਂਜੀ, ਬਿਲਕੁਲ। ਇਹ ਉਹਦੀ ਯਾਦ ਦੇ ਵਿੱਚ ਵੀ ਕੱਢਿਆ ਹੋਇਆ। ਮਤਲਬ ਜਿਹਨੂੰ ਰਿਗਾਰਡ ਦੇਣਾ ਸੀ ਉਹ ਇਸ ਤਰੀਕੇ ਦੇ ਪੋਸਟ ਕਾਰਡ ਜਾਂ ਸਿੱਕਾ ਜਾਰੀ ਕਰਕੇ। ਮਹਾਤਮਾ ਗਾਂਧੀ ਇਹ ਜयंती हो गई गुरु नानक देव जी की 150वीं 5 क्या लिखा जी प्रकाश पर्व। प्रकाश पर्व ਤੇ ਗੁਰੂ ਨਾਨਕ ਸਾਹਿਬ ਦੇ ਉਸ ਮੌਕੇ ਤੇ ਇਸ਼ੂ ਕਰਿਆ ਹੋਇਆ ਜੀ। ਬਿਲਕੁਲ ਬਿਲਕੁਲ। ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਉਸ ਤਰ੍ਹਾਂ ਦੇ ਜੀ। ਤੇ ਆ ਹੋਰ ਲਓ ਜੀ, ਆ ਗਿਆ ਮੇਘਦੂਤ ਪੋਸਟ ਕਾਰਡ। ਇਹ ਵੀ ਉਸ ਸਮੇਂ ਦੀ ਐਡਵਰਟਾਈਜ਼ਮੈਂਟ। ਆ ਦੇਖੋ, ਨਹੀਂ ਇਹਦੇ ਉੱਪਰ ਮੋਹਰ ਬਦਲ ਗਈ ਨਾ, ਇਹ ਮੰਦਿਰ ਆ ਗਿਆ। ਹਾਂਜੀ, ਉਧਰ ਕਨਾਰਕ ਦੇ ਵਿੱਚ ਜਿਹੜੇ ਮੰਦਿਰ ਚੱਲਦੇ ਨੇ ਸਾਊਥ ਦੇ ਵਿੱਚ, ਉਹਨਾਂ ਮੰਦਿਰਾਂ ਦੀਆਂ ਫੋਟੋਆਂ ਆ ਗਈਆਂ, ਨਾਲ ਐਡ ਆ ਗਈ। ਆ ਪੰਜਾਬੀ 'ਚ ਦੇਖੋ ਤੁਸੀਂ, ਪਿਆਰੇ ਬੱਚੇ ਦੀ ਪਹਿਲੀ ਪਹਿਚਾਣ। ਹਾਂਜੀ, ਬਿਲਕੁਲ ਇਹ ਜਿਹਾ ਕੁਝ ਲਿਖਿਆ ਹੋਇਆ। ਛੋਟੇ ਛੋਟੇ ਸਲੋਗਨ ਜੀ ਲਿਖੇ ਹੋਏ ਆ, ਛੋਟੇ ਛੋਟੇ ਸਲੋਗਨ। ਆ ਦੇਖੋ, ਹਾਂਜੀ, ਆ ਦੇਖੋ, ਆ ਕਿਸਾਨਾਂ ਵਾਸਤੇ ਹੈ, ਕਿਸਾਨਾਂ ਦੇ। ਬਿਲਕੁਲ, ਕਿਸਾਨਾਂ ਦੇ ਆ ਗਏ। ਬਿਲਕੁਲ, ਇਹ ਤਾਂ ਨਵਿਆਂ 'ਚ ਹੀ ਆ ਗਏ ਹੈ ਨਾ ਜੀ। ਇਹ ਨਵਾਂ ਮਤਲਬ ਇੰਡੀਆ ਦੇ ਆ ਗਏ। ਬਿਲਕੁਲ। ਇਹ ਸੀਗਾ ਜੀ ਆਪਣਾ 142 ਸਾਲਾਂ ਦਾ ਸਫ਼ਰ ਜਿਹੜਾ ਕਿ ਇੱਥੇ ਆਪਾਂ ਸਮਾਪਤ ਕਰ ਰਹੇ ਹਾਂ। ਹਾਂ ਬਿਲਕੁਲ। ਔਰ ਇਹਦੇ 'ਚ ਇਹ ਸੈਂਕੜੇ ਪੋਸਟ ਕਾਰਡ ਨੇ, ਇੱਕ ਅੱਧਾ ਨਹੀਂ ਹੈ ਜੀ। ਤੇ ਦੱਸਣਯੋਗ ਗੱਲ ਇਹ ਹੈ ਕਿ ਮਤਲਬ ਚੀਜ਼ ਇਕੱਠੀ ਕਰੀ ਹੋਈ ਤਾਂ ਦਿਖ ਜਾਂਦੀ ਹੈ ਕਿ ਹਾਂ ਇਕੱਠੀ ਕਰ ਲਈ। ਉਹ ਕਿੱਦਾਂ ਇਕੱਠੀ ਕੀਤੀ ਹੈ, ਉਹਦੇ 'ਚ ਕਿੰਨੀ ਕੁ ਮਿਹਨਤ ਲੱਗੀ ਹੈ, ਕਿੰਨੇ ਕੁ ਤਰ੍ਹਾਂ ਦੇ ਨੇ ਜੀ। ਉਹ ਇੰਨੇ ਪੋਸਟ ਕਾਰਡ ਨੇ ਜਿਹੜੇ ਉਹ ਉਹਨਾਂ ਦੀ ਜਾਣਕਾਰੀ, ਉਹਨੂੰ ਰੀਪ੍ਰੈਜ਼ੈਂਟ ਕਰਨਾ, ਉਹ ਹਿਸਟਰੀ ਲੱਭਣੀ, ਬਸ ਇਹ ਮੇਰੀ ਚੁਣੌਤੀ ਆ। ਕੋਸ਼ਿਸ਼ ਸੀਗੀ ਮੇਰੀ ਇਹ
ਜੇ ਦਰਸ਼ਕ ਇਹਨੂੰ ਸਵੀਕਾਰ ਕਰਨ। ਲਾਜ਼ਮੀ ਦਰਸ਼ਕੋ, ਇੱਥੇ ਆਪਣਾ ਫਰਜ਼ ਬਣਦਾ ਕਿ ਅਸੀਂ ਇਫਤਿਖਾਰ ਸਾਹਿਬ ਕੋਲੇ ਆਏ ਸੀ ਮਰੇਲਕੋਟਲਾ ਦੇ ਵਿੱਚ, ਤੇ ਲਾਜ਼ਮੀ ਸ਼ੇਅਰ ਕਰਿਓ, ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਜਾਣਕਾਰੀ। ਅਗਲੀ ਵਾਰੀ ਹੋਰ ਵੀ ਕੁਝ ਨਵੀਆਂ ਚੀਜ਼ਾਂ ਲੈ ਕੇ ਹਾਜ਼ਰ ਹੋਵਾਂਗੇ। ਮਿਹਰਬਾਨੀ, ਧੰਨਵਾਦ।